ਖਾਣ ਨੂੰ ਧਰਮ ਨਾਲ ਜੋੜ ਕੇ ਜਦੋਂ ਵੇਖਿਆ ਜਾਂਦਾ ਹੈ, ਵੱਖ-ਵੱਖ ਧਰਮਾਂ ਦੇ ਵਿੱਚ ਇਸ ਦੇ ਸੰਬੰਧ ਵਿੱਚ ਹੈ ਕਿ ਫਲਾਣੇ ਮੀਟ ਨੂੰ ਨਹੀਂ ਖਾਧਾ ਜਾ ਸਕਦਾ, ਫਲਾਂ ਮੀਟ ਖਾਧਾ ਜਾ ਸਕਦਾ, ਇਸ ਜਾਨਵਰ ਦਾ ਮੀਟ ਇਸ ਧਰਮ ਲਈ ਠੀਕ ਹੈ, ਜਾਂ ਧਰਮ ਦੇ ਵਿੱਚ ਇਹ ਆ ਕਿ ਮੀਟ ਬਿਲਕੁਲ ਨਹੀਂ ਖਾਣਾ, ਮਨਾ ਹੈ। ਇਸ ਕੰਟਰੋਵਰਸੀ ਦੇ ਵਿੱਚ ਬਹੁਤ ਸਾਲਾਂ ਤੋਂ ਪਿੱਛੋਂ ਡਾਕਟਰ ਪੂਰਨ ਸਿੰਘ ਹੋਰਾਂ ਨੇ ਇੱਕ ਰਿਸਰਚ ਕਰਕੇ ਪੁਸਤਕ ਛਾਪੀ ਹੈ, ਔਰ ਉਸ ਪੁਸਤਕ ਦੇ ਵਿੱਚ ਉਹਨਾਂ ਨੇ ਕੋਈ ਪੱਖ ਇਹੋ ਜਿਹਾ ਨਹੀਂ ਛੱਡਿਆ ਜਿਸ ਦੇ ਬਾਰੇ ਉਹਨਾਂ ਨੇ ਇਸ ਦਾ ਅੰਤਰੀਬ ਭਾਵ ਕੀ ਨੇ ਔਰ ਇਹਦੇ ਪਿੱਛੇ ਕਹਾਣੀਆਂ ਕੀ ਨੇ, ਵੈਦਿਕ ਕਾਲ ਤੋਂ ਲੈ ਕੇ ਅੱਜ ਦੇ ਮਾਡਰਨ ਜ਼ਮਾਨੇ ਤੱਕ ਜਦੋਂ ਨਿਊਟ੍ਰੀਸ਼ਨ ਦੀ ਗੱਲ ਚੱਲਦੀ ਹੈ, ਬੈਲੈਂਸ ਫੂਡ ਦੀ ਗੱਲ ਚੱਲਦੀ ਹੈ, ਉਹਦੇ 'ਚ ਮੀਟ ਦੀ ਕੀ ਮਹੱਤਤਾ ਰਹੀ। ਬਹੁਤ ਸਾਰੇ ਧਰਮਾਂ ਬਾਰੇ ਤੁਸੀਂ ਸੁਣਦੇ ਹੋ ਕਿ ਮੀਟ ਖਾਣਾ ਪਾਪ ਹੈ ਔਰ ਧਰਮ ਭ੍ਰਿਸ਼ਟ ਹੋ ਜਾਏਗਾ ਮੀਟ ਖਾਣ ਦੇ ਨਾਲ। ਸੋ ਮਾਸ ਖਾਣਾ ਕੀ ਸਿੱਖ ਧਰਮ ਦੇ ਜਾਂ ਹਿੰਦੂ ਧਰਮ ਦੇ ਅਨੁਕੂਲ ਹੈ? ਕਿ ਬੁੱਧ ਧਰਮ ਦੇ ਵਿੱਚ ਮੀਟ ਦੀ ਕੀ ਪੋਜੀਸ਼ਨ ਹੈ, ਉੱਥੋਂ ਦੇ ਲੋਕ ਕੀ ਸਮਝਦੇ ਨੇ? ਅੱਜ ਕੱਲ੍ਹ ਵੈਜੀਟੇਰੀਅਨਿਜ਼ਮ ਜਾਂ ਵੀਗਨ ਹੋਣਾ ਇੱਕ ਕਾਫੀ ਪ੍ਰਚਲਿਤ ਹੋ ਗਿਆ, ਲੇਕਿਨ ਮੀਟ ਦੀਆਂ ਆਪਣੀਆਂ ਕੁਝ ਖੂਬੀਆਂ ਨੇ। ਸ਼ਾਇਦ ਮੀਟ ਦੇ ਆਪਣੇ ਕੋਈ ਨਿਊਟ੍ਰੀਸ਼ਨ ਪਿੱਛੋਂ ਸਮੱਸਿਆਵਾਂ ਵੀ ਹੋਣ, ਲੇਕਿਨ ਇਸ ਨੂੰ ਧਾਰਮਿਕ ਪੱਖ ਤੋਂ ਜਦੋਂ ਵੇਖਦੇ ਹਾਂ ਤਾਂ ਡਾਕਟਰ ਪੂਰਨ ਸਿੰਘ ਕੀ ਸਮਝਦੇ ਨੇ? ਡਾਕਟਰ ਸਾਹਿਬ ਜੀ, ਜੀ ਆਇਆਂ ਨੂੰ। ਹਾਂਜੀ, ਸਾਡੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਧੰਨਵਾਦ ਹੈ, ਤੁਸੀਂ ਅਵਸਰ ਬਖਸ਼ਿਆ ਮੈਨੂੰ। ਥੈਂਕ ਯੂ ਜੀ। ਡਾਕਟਰ ਸਾਹਿਬ, ਮੀਟ ਖਾਣ ਬਾਰੇ ਦੱਸੋ ਵੀ ਕਿਹੜੇ ਕਿਹੜੇ ਧਰਮਾਂ ਦੇ ਮੁਤਾਬਕ ਮੀਟ ਖਾਣਾ ਵਿਵਰਜਿਤ ਹੈ ਔਰ ਕਿੱਥੇ ਮੀਟ ਖਾਧਾ ਜਾ ਸਕਦਾ? ਦੇਖੋ, ਤਕਰੀਬਨ ਦੁਨੀਆ ਦੀ ਮੈਂ ਤਾਂ ਕਹਾਂਗਾ ਵੀ ਬਹੁਤ ਮੱਤ ਜਿਹੜਾ ਹੈ ਮਾਸਾਹਾਰੀ ਨੇ, ਮਾਸ ਖਾਂਦੇ ਨੇ। ਭਾਰਤ ਦੀ ਏਰੀਏ ਵਿੱਚ ਜਿਹੜਾ ਬੁੱਧ ਧਰਮ ਅਤੇ ਜੈਨ ਧਰਮ, ਇਹ ਦੋ ਧਰਮ ਪੈਦਾ ਹੋਏ ਜਿਨ੍ਹਾਂ ਨੇ ਅਹਿੰਸਾ ਦਾ ਪ੍ਰਚਾਰ ਕੀਤਾ। ਬੁੱਧ ਧਰਮ ਬਾਰੇ ਤਾਂ ਅਸੀਂ ਪੂਰੀ ਤਰ੍ਹਾਂ ਨਹੀਂ ਮੰਨ ਸਕਦੇ ਕਿ ਉਹ ਪੂਰੀ ਤਰ੍ਹਾਂ ਅਹਿੰਸਾ ਨੂੰ ਮੰਨਦੇ ਨੇ, ਪਰ ਜਿੱਥੋਂ ਕਿ ਮਾਸ ਖਾਣ ਦੀ ਗੱਲ ਆ, ਉਹ ਵੱਖਰੇ ਵੱਖਰੇ ਲੋਕਾਂ ਵੱਲੋਂ ਬੁੱਧ ਧਰਮ ਅਪਣਾਇਆ ਗਿਆ। ਉਹ ਪਹਿਲਾਂ ਲੋਕ ਜਿਵੇਂ ਅਸੀਂ ਕਹਿੰਦੇ ਸੀ ਫੂਡ ਖਾਂਦੇ ਸੀ, ਮੱਛੀ ਖਾਂਦੇ ਸੀ। ਇਹ ਬੁੱਧ ਧਰਮ ਦੇ ਵਿੱਚ ਆਪਾਂ ਕੋਈ ਸਟੈਂਡਰਡ ਨਹੀਂ ਇਹਨਾਂ ਦਾ। ਕਈ ਜਿਹੜੇ ਇਹਨਾਂ ਦੇ ਸੰਪਰਦਾਵਾਂ ਉਹਨਾਂ ਵਿੱਚ ਮਾਸ ਖਾਧਾ ਜਾਂਦਾ, ਪਰ ਇਹ ਯਤਨ ਹੀ ਕਰਦੇ ਨੇ ਜੇ ਮਾਸ ਆਪ ਜੀਵ ਨਹੀਂ ਮਾਰਨਾ। ਜੇ ਕੋਈ ਬਣਿਆ ਬਣਾਇਆ ਮਾਸ ਕੋਈ ਇਹਨਾਂ ਨੂੰ ਆਫਰ ਕਰ ਦੇਵੇ, ਪੇਸ਼ ਕਰ ਦੇਵੇ, ਤਾਂ ਇਹ ਖਾ ਲੈਂਦੇ ਨੇ। ਮਾਫ਼ ਕਰਨਾ। ਜਿੱਥੋਂ ਤੱਕ ਜੈਨ ਧਰਮ ਆ, ਇੱਕੋ ਹੀ ਧਰਮ ਆ ਜਿਹੜਾ ਪੂਰੀ ਤਰ੍ਹਾਂ ਅਹਿੰਸਾ ਦਾ ਪ੍ਰਚਾਰ ਕੀਤਾ। ਜੈਨ ਧਰਮ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਉਹਨਾਂ 'ਤੇ ਕਟਾਖ ਕੀਤਾ, ਵਿਅੰਗ ਕੀਤਾ। ਇਹ ਕਿਵੇਂ ਰਹਿ ਸਕਦੇ ਹੋ ਤੁਸੀਂ? ਜਿਹੜਾ ਬੰਦਾ ਸਬਜ਼ੀਆਂ ਵੀ ਨਹੀਂ ਖਾ ਸਕਦੇ, ਮੂਲੀ ਧਰਤੀ ਦੇ ਵਿੱਚ ਜਿਹੜੀ ਸਬਜ਼ੀਆਂ ਉਗਾਈਆਂ ਜਾਂਦੀਆਂ, ਆਲੂ, ਮੂਲੀ, ਗਾਜਰ, ਉਸ ਨੂੰ ਨਹੀਂ ਖਾ ਸਕਦੇ ਹੋ। ਅਤੇ ਜੈਨ ਧਰਮ ਵਾਲੇ, ਅੱਛਾ ਜੀ। ਅਤੇ ਜੈਨ ਧਰਮ ਦਾ ਫਿਰ ਇਹੀ ਹੋ ਗਿਆ, ਉਹਨਾਂ ਨੇ ਅਹਿੰਸਾ ਨੂੰ ਪੂਰੀ ਤਰ੍ਹਾਂ ਮੰਨਿਆ ਅਤੇ ਉਹ ਵਪਾਰੀ ਬਣ ਗਏ। ਅੱਜ ਭਾਰਤ ਦੇ ਵਿੱਚ ਸਭ ਤੋਂ ਅਮੀਰ ਬੰਦੇ ਉਹ ਜੈਨੀ ਨੇ, ਕਿਉਂਕਿ ਖੇਤੀਬਾੜੀ ਕਰਨੀ ਤਾਂ ਜਾਨਵਰ ਮਾਰਨੇ ਹੀ ਆ, ਚੂਹੇ ਵੀ ਮਾਰਨੇ ਆ, ਸੱਪ ਵੀ ਮਾਰਨੇ ਆ। ਉਹ ਤਾਂ ਹਿੰਸਾ ਹੋਣੀ ਹੋਣੀ ਹੈ ਅਤੇ ਕੁਦਰਤੀ ਹੋ ਜਾਂਦਾ ਸੀ। ਕਈ ਵਾਰੀ ਮਜਬੂਰੀ ਬਸ ਵੀ ਕਿਸਾਨ ਨੂੰ, ਚਾਹੇ ਉਹ ਸੱਪ ਨੇ, ਚਾਹੇ ਚੂਹੇ ਨੇ, ਚਾਹੇ ਕੀਟਾਣੂ ਨੇ, ਦਵਾਈਆਂ ਪਾ ਕੇ ਮਾਰਨਾ ਪੈਂਦਾ। ਉਹ ਅੱਜ ਜਿਹੜਾ ਇੱਕੋ ਹੀ ਧਰਮ ਆ ਜਿਹੜਾ ਪੂਰੀ ਤਰ੍ਹਾਂ ਅਹਿੰਸਾ ਦਾ ਪ੍ਰਚਾਰ ਕਰਦਾ। ਬਾਕੀ ਸਭ ਧਰਮਾਂ ਦੇ ਅੰਦਰ ਮਾਸ ਖਾਣ ਦਾ ਕੋਈ ਵਿਰੋਧ ਨਹੀਂ ਕੀਤਾ ਜਾਂਦਾ, ਪਰ ਇੱਕ ਉਹਨਾਂ ਦੇ ਕੁਝ ਕਾਨੂੰਨ ਨੇ ਆਪਣੇ। ਹਿੰਦੂ ਧਰਮ ਦੇ ਅੰਦਰ ਇਹ ਕਾਨੂੰਨ ਸੀ, ਉਹ ਬਲੀ ਕੀਤਾ ਹੋਇਆ ਮਾਸ ਖਾਂਦੇ ਸਨ। ਅੱਛਾ। ਪਹਿਲਾਂ ਦੇਵਤੇ ਨੂੰ ਬਲੀ ਕਰਦੇ ਸੀ, ਅਤੇ ਭਾਵੇਂ ਅੱਜ ਮੰਨਿਆ ਜਾਂਦਾ ਵੀ ਨਹੀਂ ਖਾਂਦੇ। ਅਤੇ ਜਿਸ ਦਿਨ ਮੇਰੇ ਵੈਬੀਨਰ 'ਤੇ ਮੈਂ ਚੱਲਿਆ ਲੈਕਚਰ, ਉਹ ਕੋਈ ਡਾਕਟਰ ਨੇ ਮੰਨਿਆ, ਜਿਹੜੇ ਕਿ ਮਥੁਰਾ ਜਾਂ ਬਨਾਰਸ ਦੇ ਇਲਾਕੇ ਵਿੱਚ ਡਾਕਟਰ ਉੱਥੋਂ ਆਏ ਅਮਰੀਕਾ ਦੇ ਵਿੱਚ ਕਾਫੀ, ਉਹਨਾਂ ਨੇ ਕਿਹਾ ਅਸੀਂ ਦੇਖਿਆ ਉਹ ਖੁਦ ਹੁਣ ਵੀ ਝੋਟੇ ਦੀ ਬਲੀ ਦਿੰਦੇ ਨੇ ਅਤੇ ਮਾਸ ਖਾਂਦੇ ਨੇ। ਅਤੇ ਉਹ ਜਿਵੇਂ ਸਟਾਲ ਹੁੰਦੇ ਨੇ ਉੱਥੇ ਮਾਸ ਵਿਕਦਾ, ਗਊ ਮਾਸ ਵੀ ਵਿਕਦਾ। ਅਤੇ ਉਹ ਬਲੀ ਵਾਲੀ ਗੱਲ, ਕਿਉਂਕਿ ਇੱਕ ਇਹਨੂੰ ਥੋੜ੍ਹਾ ਜਿਹਾ ਰਾਜਨੀਤੀ ਰੰਗ ਦੇ ਦਿੱਤਾ, ਰਾਜਨੀਤਿਕ ਤੌਰ 'ਤੇ। ਅਤੇ ਉਹ ਮਾਸ ਬ੍ਰਾਹਮਣ ਖਾਂਦਾ ਸੀ, ਹਿੰਦੂ ਖਾਂਦਾ ਸੀ, ਅਤੇ ਉਹ ਬਲੀ ਕੀਤਾ ਮਾਸ।
ਕਈ ਲੋਕਾਂ ਦੇ ਤੁਹਾਨੂੰ ਵੀ ਸਵਾਲ ਉੱਠਣਗੇ ਵੀ ਜੀ ਹਜੂਰ ਸਾਹਿਬ ਵੀ ਬੱਕਰੇ ਝੜਕਾਉਂਦੇ ਨੇ, ਫਿਰ ਉਹ ਠੀਕ ਆ? ਨਹੀਂ, ਉਹ ਵੀ ਨਹੀਂ ਠੀਕ, ਕਿਉਂਕਿ ਉਹ ਬਲੀ ਕੀਤਾ ਜਾਂਦਾ। ਉਹ ਸ਼ਾਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ, ਉਹ ਟਿੱਕਾ ਲਗਾਇਆ ਜਾਂਦਾ। ਉਹ ਵੀ ਸਿੱਖ ਧਰਮ ਦੇ ਵਿੱਚ ਬਲੀ ਵਾਲੀ ਕੋਈ ਪ੍ਰਥਾ ਨਹੀਂ ਹੈ। ਬਲੀ ਕਰਕੇ ਮਾਸ ਖਾਣ ਦੀ ਮਨਾਹੀ ਹੈ। ਬਲੀ ਨਹੀਂ ਕੀਤਾ ਜਾ ਸਕਦਾ ਵੀ ਜੇ ਦੇਵਤੇ ਨੂੰ ਖੁਸ਼ ਕਰਨ ਦੀ ਖਾਤਰ ਕੀਤਾ ਪਰ ਜਾਵੇ। ਵੈਸੇ ਮੀਟ ਖਾਣ ਦੀ ਖੁੱਲ੍ਹ ਹੈ? ਮਾਸ ਖਾਣ ਦੀ ਖੁੱਲ੍ਹ ਗੁਰੂ ਕਾਲ ਦੇ ਅੰਦਰ ਵੀ ਖੁੱਲ੍ਹ ਰਹੀ ਹੈ। ਜੇ ਅਸੀਂ ਕਹੀਏ ਵੀ ਗੁਰੂ ਸਾਹਿਬ ਸ਼ਿਕਾਰ ਕਰਦੇ ਸੀ, ਤੇ ਸ਼ਿਕਾਰ ਤਾਂ ਜਾਨਵਰਾਂ ਦੇ ਕਰਦੇ ਸੀ। ਜੀ ਜੀ, ਇਉਂ ਤਾਂ ਨਹੀਂ ਵੀ ਖਤਰਾ ਹੋਈ। ਸ਼ਿਕਾਰ ਦਾ ਇੱਕ 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 ਇਹ ਪ੍ਰਤੀਕ ਸੀ ਤੁਹਾਡੇ ਅੰਦਰ ਰਾਇਲਟੀ ਦਾ। ਤੇ ਕਿਉਂਕਿ ਇਹ ਕਿਸੇ ਨੂੰ ਆਗਿਆ ਹੀ ਨਹੀਂ ਸੀ ਸ਼ਿਕਾਰ ਕਰਨ ਦੀ, ਤੇ ਗੁਰੂ ਸਾਹਿਬ ਨੇ ਇਹਦਾ ਪੂਰਾ ਡਟ ਕੇ ਵਿਰੋਧ ਕੀਤਾ, ਉਹਨਾਂ ਦੀ ਸੋਚ ਦਾ। ਆਪ ਸ਼ਿਕਾਰ ਕੀਤਾ। ਸ਼ਿਕਾਰ ਜਾਨਵਰਾਂ ਦਾ ਕਰਦੇ ਸੀ, ਜੰਗਲੀ ਸੂਰਾਂ ਦਾ ਕਰਦੇ ਸੀ। ਸਾਡੇ ਕੋਲ ਪ੍ਰਮਾਣ ਨੇ। ਗੁਰੂ ਹਰਗੋਬਿੰਦ ਸਾਹਿਬ ਵੇਲੇ ਸ਼ੁਰੂ ਹੋਇਆ ਹੈ ਸ਼ਿਕਾਰ ਦੀ ਪਰੰਪਰਾ। ਉਹਦੇ ਵਿੱਚ ਜਿਹੜੇ ਗੁਰੂ ਸਾਹਿਬ ਦੇ ਸਮਕਾਲੀ ਇਤਿਹਾਸਕਾਰ ਆ, ਉਹਨਾਂ ਨੇ ਮੰਨਿਆ ਕਿ ਉਹ ਮਾਸ ਖਾਂਦੇ ਸੀ ਸਿੱਖ, ਲੰਗਰ 'ਚ ਬਣਦਾ ਸੀ, ਤੇ ਜਦੋਂ ਸ਼ਿਕਾਰ ਕਰਦੇ ਸੀ ਜਾਣ ਕੇ ਮਾਰ ਕੇ ਤਾਂ ਸੁੱਟ ਕੇ ਨਹੀਂ ਸੀ ਆ ਸਕਦੇ। ਹੁਣ ਮੌਜੂਦਾ ਸਮੇਂ ਦੇ ਵਿੱਚ ਕੀ ਇਸ ਤਰ੍ਹਾਂ ਦਾ ਕੋਈ ਐਲਾਨ ਹੋਇਆ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਹੋਵੇ ਕਿ ਸਿੱਖ ਮਾਸ ਖਾ ਸਕਦੇ ਆ? 1 ਮਹੀਨਾ ਹੀ ਹੋਇਆ ਹੋਵੇਗਾ ਮੇਰੇ ਖਿਆਲ, ਉਦੋਂ ਸ਼ਾਇਦ ਘੱਟ ਸਮਾਂ ਹੋਇਆ ਹੋਵੇਗਾ। ਅਕਾਲ ਤਖ਼ਤ ਦੇ ਜਥੇਦਾਰ ਨੇ ਓਪਨਲੀ ਡਿਕਲੇਅਰ ਕੀਤਾ ਵੀ ਸਿੱਖ ਮਾਸ ਖਾ ਸਕਦਾ। ਭਾਵੇਂ ਉਹ ਸ਼ਬਦ ਝਟਕਾ ਵਰਤੇ ਉਹਨਾਂ ਨੇ, ਝਟਕਾ ਮਾਸ ਖਾ ਸਕਦਾ, ਕਿਉਂਕਿ ਮੁਸਲਮਾਨ ਨੇ ਜਿਹੜਾ ਤਰੀਕੇ ਆ ਉਹ ਹਲਾਲ ਕਰਦੇ ਨੇ। ਤੇ ਹਲਾਲ ਤੇ ਜਿਹੜਾ ਹੈਗਾ ਯਹੂਦੀ ਉਹ ਕੋਸ਼ਰ, ਉਹਨਾਂ ਦਾ ਭਾਵੇਂ ਬਣਾਉਣ ਦਾ ਤਰੀਕਾ ਇੱਕੋ ਹੀ ਆ, ਪਰ ਉਹਨਾਂ ਦੇ ਆਪਣੇ ਆਪਣੇ ਦਾਇਰੇ ਨੇ ਜਿਹਦੇ ਵਿੱਚ ਰਹਿ ਕੇ ਮਾਸ ਖਾਂਦੇ ਨੇ। ਤੇ ਜਿਹੜੀ ਤੁਸੀਂ ਇਹ ਪੁਸਤਕ ਲਿਖੀ ਆ ਇਸ ਦੇ ਬਾਰੇ 'ਚ, ਇਹਦੇ 'ਚ ਕਾਫੀ ਰਾਜਾ ਅਸ਼ੋਕ ਤੋਂ ਲੈ ਕੇ ਗਊ ਹੱਤਿਆ ਦੇ ਮੁਤਲਕ ਵੀ ਤੁਸੀਂ ਕਾਫੀ ਇਹਦੇ 'ਤੇ ਲਿਖਿਆ। ਭਾਰਤ ਦੇ ਜਿਹੜੇ ਬੁੱਚੜਖਾਨੇ ਨੇ ਜਿਨ੍ਹਾਂ ਦੇ ਵਿੱਚ ਗਾਈਆਂ ਵੀ ਬੁੱਚੜ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਮਾਲਕ ਕੌਣ ਨੇ? ਦੇਖੋ, ਇਹ ਬਹੁਤ ਲੋਕਾਂ ਨੂੰ ਭੁਲੇਖਾ ਸੀ। ਬਹੁਤ ਪਿੱਛੇ ਬਹੁਤ ਗਰੀਬ ਲੋਕਾਂ ਨੂੰ ਮਾਰਿਆ ਵੀ ਗਿਆ, ਬਹੁਤ ਹੁੱਲੜਬਾਜ਼ੀ ਕੀਤੀ ਗਈ ਹੈ। ਅੱਜ ਦੇ ਜਾਂਦੀ ਅਜੋਕੇ ਸਮਾਜ ਵਿੱਚ ਇਹੋ ਜਿਹਾ ਕੁਝ ਦੇਖਦੇ ਹਾਂ, ਮਨ ਬਹੁਤ ਦੁਖੀ ਹੁੰਦਾ। ਇਹ ਹਰ ਇੱਕ ਦੀ ਖੁੱਲ੍ਹ ਆ। ਤੇ ਉਹਨਾਂ ਤੇ ਇਹ ਦੋਸ਼ ਲਾਇਆ ਜਾਂਦਾ ਸੀ ਗਊ ਮਾਸ ਲੈ ਕੇ ਜਾ ਰਹੇ ਨੇ। ਇਹ ਗਰੀਬ ਮੁਸਲਮਾਨ ਸੀ ਯੂਪੀ ਦੇ ਵਿੱਚ, ਉਹਨਾਂ ਦੇ ਆਪਣੇ ਬੁੱਚੜਖਾਨੇ ਸਨ ਜਿਹਦੇ ਵਿੱਚ ਮੱਝਾਂ ਵੀ ਲੈ ਕੇ ਜਾਂਦੇ ਸੀ, ਗਾਈਆਂ ਵੀ ਲੈ ਕੇ ਜਾਂਦੇ ਸੀ। ਜਿਹੜੇ ਦੁੱਧ ਨਹੀਂ ਸੀ ਦਿੰਦੀਆਂ ਉਹਨਾਂ ਦੇ ਉਹ ਬੁੱਚੜਖਾਨੇ ਪ੍ਰਯੋਗ ਹੁੰਦਾ ਸੀ। ਜਿਵੇਂ ਆਪਣੇ ਪੰਜਾਬ ਦੇ ਵਿੱਚ ਰਾਜਪੁਰੇ ਬੁੱਚੜਖਾਨਾ ਸੀ, ਇਹ 1994-5 'ਚ ਬੰਦ ਹੋਇਆ। ਤੇ ਉਹ ਬੁੱਚੜਖਾਨੇ ਬੰਦ ਕਰਤੇ, ਉਹ ਲੋਕਾਂ ਦੀ ਰੋਜੀ ਰੋਟੀ ਸੀ, ਖਤਮ ਹੋ ਗਈ। ਪਰ ਅੱਜ ਹਿੰਦੁਸਤਾਨ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਗਊ ਮਾਸ ਵੇਚਣ ਵਿੱਚ ਨਾਂ ਆਉਂਦਾ। ਅੱਛਾ ਜੀ। ਭਾਰਤ ਗਊ ਮਾਸ ਵੇਚ ਕੇ, ਮੱਝਾਂ ਦਾ ਮਾਸ ਵੀ ਆ, ਤੇ ਮੁਦਰਾ ਵੱਧ ਤੋਂ ਵੱਧ ਕਮਾ ਰਿਹਾ। ਹੁਣ ਕਹਿੰਦੇ ਸੀ ਬ੍ਰਾਜ਼ੀਲ ਜਾਂ ਭਾਰਤ ਪਹਿਲੇ ਨੰਬਰ ਤੇ ਆ, ਹੁਣ ਦੂਜੇ ਨੰਬਰ ਤੇ ਭਾਰਤ ਆ। ਜਿੰਨੇ ਸਾਰੇ ਬੁੱਚੜਖਾਨੇ ਆ ਇਹ ਹਿੰਦੂਆਂ ਦੇ ਆ। ਉਹਨਾਂ ਦੇ ਨਾਂ ਇਸ ਤਰ੍ਹਾਂ ਰੱਖੇ ਹੋਏ ਆ ਵੀ ਲੋਕਾਂ ਨੂੰ ਭੁਲੇਖਾ ਲੱਗੇ ਵੀ ਮੁਸਲਮਾਨਾਂ ਦੇ ਇਹ ਬੁੱਚੜਖਾਨੇ ਨੇ, ਸਾਰੇ ਹਿੰਦੂਆਂ ਦੇ ਬੁੱਚੜਖਾਨੇ ਨੇ। ਇਹ ਡਬਲ ਜਿਹਦੀ ਸਟੈਂਡਰਡ ਆ, ਨਹੀਂ ਹੋਣਾ ਚਾਹੀਦਾ। ਤੁਸੀਂ ਇੱਕ ਚੈਪਟਰ ਪੂਰਾ ਲਿਖਿਆ ਹਲਾਲ ਦੇ ਉੱਤੇ। ਹਾਂਜੀ, ਹਲਾਲ ਮੀਟ ਦੇ ਉੱਤੇ। ਉਹਦੇ 'ਚ ਤੁਸੀਂ ਉਹਦੀ ਕੈਮੀਕਲ ਕੰਪੋਜੀਸ਼ਨ ਵੀ, ਕਿ ਵਾਈਟਮਿਨਸ ਵਗੈਰਾ ਦੀ ਵੀ ਗੱਲ ਦੱਸੀ ਹੈ। ਉਹ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ। ਦੇਖੋ, ਅੱਜ ਵੀ ਤੁਸੀਂ ਅਖਬਾਰਾਂ 'ਚ ਸੁਣਿਆ ਹੋਵੇਗਾ, ਬਹੁਤ ਲੋਕਾਂ ਨੇ ਵੈਕਸੀਨੇਸ਼ਨ ਦਾ ਵਿਰੋਧ ਕੀਤਾ ਜੀ। ਉਹ ਵੀ ਇੱਕ ਪੱਖ ਸੀ। ਉਹ ਕਹਿੰਦੇ ਸੀ ਇਹਦੇ ਵਿੱਚ ਜਾਨਵਰਾਂ ਦਾ ਮਾਸ ਆ। ਵੈਕਸੀਨੇਸ਼ਨ ਬਹੁਤ ਜਾਨਵਰਾਂ ਦਾ ਮਾਸ ਹੀ ਪੈਂਦਾ। ਤੇ ਹੁਣ ਜਿਹੜੇ ਮੁਸਲਮਾਨ ਆ, ਜੇ ਉਹ ਹਲਾਲ ਦਾ ਮਾਸ ਜਾਂ ਹੋਰ ਮਾਸ, ਹਲਾਲ ਦਾ ਮਾਸ ਦੇ ਬਣੇ ਹੋਣ, ਜਿਵੇਂ ਕੈਪਸੂਲ ਵਗੈਰਾ, ਉਹ ਵੀ ਹਲਾਲ ਦੇ ਖਾਂਦੇ ਨੇ, ਸਪਲੀਮੈਂਟਸ, ਤੇ ਉਹ ਤਾਂ ਵਿਰੋਧ ਕਰਦੇ ਸੀ। ਜਿਹੜੇ ਯਹੂਦੀ ਆ ਉਹ ਹਲਾਲ ਨੂੰ, ਭਾਵੇਂ ਤਰੀਕਾ ਉਹਨਾਂ ਦਾ ਇੱਕੋ ਹੀ ਆ, ਪਰ ਹਲਾਲ ਮਾਸ ਦੀ ਵਰਤੋਂ ਨਹੀਂ ਕਰਦੇ। ਉਹਨਾਂ ਦੇ ਆਪਣਾ ਹੈਗੇ ਵੀ ਜੇ ਕੋਈ ਵੀ ਸਪਲੀਮੈਂਟਸ ਬਣਨ, ਉਹ ਕੋਸ਼ਰ ਮਾਸ ਦੀ ਬਣਨ, ਉਹ ਤਾਂ ਕੋਸ਼ਰ ਕੀਤਾ ਹੋਵੇ। ਅੱਛਾ ਜੀ। ਤੇ ਮੁਸਲਮਾਨ ਕੋਸ਼ਰ ਖਾ ਲੈਂਦਾ, ਪਰ ਯਹੂਦੀ ਹਲਾਲ ਨਹੀਂ ਖਾਂਦਾ। ਯਹੂਦੀ ਥੋੜ੍ਹੀ ਕੱਟੜ ਨੇ।
ਅੱਛਾ ਜੀ। ਆਪਦੇ ਧਰਮ ਪ੍ਰਤੀ, ਆਪਣੇ ਫੂਡ ਖੁਰਾਕ ਪ੍ਰਤੀ। ਹੂੰ। ਤੇ ਇਹ ਅੱਜ ਜਿਹੜਾ ਸਾਡਾ ਵੀ ਕਿਹਾ ਜਾਂਦਾ ਵੀ ਹੁਣ ਜਿਹੜੇ ਲੋਕ ਆ ਬਾਹਲੇ, ਹੋਰ ਲੋਕਾਂ ਨੂੰ ਪਤਾ ਲੱਗੇ ਹੋ ਸਕਦਾ ਸਪਲੀਮੈਂਟਸ ਹੀ ਖਾਣੇ ਬੰਦ ਕਰ ਦੇਣ। ਬਾਹਲਾਂ 'ਚ ਜੋ ਇਹ ਮਾਸ ਦੇ ਅੰਸ਼ ਪੈਂਦੇ ਨੇ, ਜਿਹਨੇ ਸਪਲੀਮੈਂਟਸ, ਸਭ ਚਰਬੀ, ਚਾਹੇ ਕਈ ਵਾਰੀ ਲਾਰਡ ਲਿਖਿਆ ਹੁੰਦਾ, ਅਸੀਂ ਉਹਨਾਂ ਦੇ ਇਨਗਰੀਡੀਐਂਟਸ ਪੜ੍ਹੀਏ ਤੇ ਆਮ ਸਾਨੂੰ ਪਤਾ ਹੀ ਨਹੀਂ ਲੱਗਦਾ। ਪਹਿਲਾਂ ਡਿਕਸ਼ਨਰੀ ਦੇਖੀਏ ਵੀ ਲਾਰਡ ਕੀ ਹੁੰਦਾ, ਉਹ ਮਾਸ ਚਰਬੀ ਹੁੰਦੀ ਹੈ ਜਾਨਵਰ ਦੀ। ਅੱਛਾ ਜੀ। ਤੇ ਇਹ ਹੁਣ ਜੇ ਵਹਿਮ ਕਰਨਾ ਹੋਵੇ, ਅਸੀਂ ਲੋਕ, ਹਾਸਾ ਤਾਂ ਦੁੱਖ ਵੀ ਹੁੰਦਾ ਵੀ ਇਹਦਾ ਕੋਈ ਆਧਾਰ ਨਹੀਂ, ਧਰਮ ਨਹੀਂ ਆਧਾਰ ਇਹਦਾ। ਅੱਛਾ ਡਾਕਟਰ ਸਾਹਿਬ, ਜਿਹੜੀ ਹੁਣ ਮੱਛੀ ਆ ਜਾਂ ਸੀ ਫੂਡ ਦਾ ਤੁਸੀਂ ਜ਼ਿਕਰ ਕੀਤਾ ਸੀ, ਮੱਛੀ ਨੂੰ ਮਾਸ ਦੇ ਵਿੱਚ ਕਾਊਂਟ ਕੀਤਾ ਜਾਂਦਾ ਜਾਂ ਕਿ ਜਿਹੜੇ ਲੋਕ ਮੀਟ ਨਹੀਂ ਖਾਂਦੇ ਉਹ ਮੱਛੀ ਖਾ ਲੈਂਦੇ? ਦੇਖੋ, ਇਹ ਮੱਛੀ ਸਿਰਫ ਬੰਗਾਲ ਦੇ ਵਿੱਚ ਆ, ਉਹ ਮੱਛੀ ਖਾਣ ਵਾਲੇ ਨੂੰ ਵੈਜੀਟੇਰੀਅਨ ਹੀ ਮੰਨਦੇ ਨੇ। ਪਰ ਅੱਜ ਇੱਕ ਨਵੀਂ ਖੋਜ ਦੇ ਅਨੁਸਾਰ ਜਿਹੜਾ ਦੁੱਧ ਆ, ਜਿਵੇਂ ਡਾਕਟਰ ਹਰਸ਼ਿੰਦਰ ਕੌਰ ਦੇ ਬਾਪ ਨਾਲ ਵੀ ਹੋਈ ਸੀ, ਪ੍ਰੋਫੈਸਰ ਪ੍ਰੀਤਮ ਸਿੰਘ ਹੋਣਾ, ਜਦੋਂ ਰਸ਼ੀਆ ਗਏ ਤੇ ਉਹ ਕਹਿੰਦੇ ਮੈਂ ਵੈਜੀਟੇਰੀਅਨ ਹਾਂ। ਹੁਣ ਆਪਾਂ ਇਹਨਾਂ ਦੇਸ਼ਾਂ 'ਚ ਦੇਖਦੇ ਹਾਂ ਜਿੰਨੇ ਡੈਲੀਕੇਸੀ ਜ਼ਿਆਦਾ ਹੁੰਦੀਆਂ, ਮਾਸ ਹੁੰਦੀਆਂ, ਜਿਹੜਾ ਸ਼ਾਕਾਹਾਰੀ ਨੂੰ ਬਹੁਤ ਮੁਸ਼ਕਿਲ ਹੁੰਦਾ। ਉਹ ਕਹਿੰਦੇ ਜੀ ਮੈਂ ਨਹੀਂ ਖਾ ਸਕਦਾ ਮੀਟ ਵਗੈਰਾ। ਉਹ ਕਿਤੇ ਉਹਨਾਂ ਨੇ ਦੁੱਧ ਦਾ ਗਲਾਸ ਮੰਗ ਲਿਆ। ਉਹ ਰਸ਼ੀਅਨ ਹੈਰਾਨ ਹੋਏ ਵੀ ਤੂੰ ਵੈਜੀਟੇਰੀਅਨ ਕਹਿੰਦਾ ਆਪਣੇ ਆਪ ਨੂੰ, ਤੇ ਦੁੱਧ ਕਿਉਂ ਪੀਣਾ? ਦੁੱਧ ਨੂੰ ਅੱਜ ਤਰਲ ਮਾਸ ਕਿਹਾ ਜਾਣ ਲੱਗ ਪਿਆ। ਮੈਂ ਵੀ ਸੁਣਿਆ। ਇਹ ਚਰਬੀ ਤੋਂ, ਇਹ ਮਾਸ ਚਰਬੀ ਹੁੰਦੀ ਹੈ ਦੁੱਧ। ਜਿਹੜੇ ਵੀਗਨ ਲੋਕ ਨੇ ਉਹ ਦੁੱਧ ਨਹੀਂ ਪੀਂਦੇ? ਨਹੀਂ ਪੀਂਦੇ, ਨਾ ਅੰਡੇ ਖਾਂਦੇ ਨਾ ਦੁੱਧ ਪੀਂਦੇ ਨੇ। ਤੇ ਇਹ ਅੱਜ ਅਸੀਂ ਇਹ ਕਹਿ ਸਕਦੇ ਹਾਂ ਵੀ ਡਾਕਟਰ ਜਗਜੀਤ ਸਿੰਘ ਉਹਨੇ ਪਿੱਛੇ ਬੋਲੇ ਸੀ ਜਦੋਂ ਕਿਤਾਬ ਰਿਲੀਜ਼ ਕੀਤੀ ਹੈ ਜੀ, ਅੱਜ ਦੇ ਯੁੱਗ ਵਿੱਚ ਕੋਈ ਬੰਦਾ ਪੂਰੀ ਤਰ੍ਹਾਂ ਵੈਜੀਟੇਰੀਅਨ ਨਹੀਂ ਕਹਾ ਸਕਦਾ, ਨਾ ਬਣ ਸਕਦਾ। ਸੋ ਜਿਹੜੇ ਬੁੱਧ ਧਰਮ ਦੇ ਲੋਕ ਨੇ ਕੁਛ, ਉਹ ਵੀ ਜਿਹੜਾ ਸਮੁੰਦਰੀ ਘੋਗੇ, ਸਿੱਪੀਆਂ ਜਾਂ ਜਿਹੜੇ ਵੀ ਸਮੁੰਦਰੀ ਜੀਵ ਨੇ ਉਹ ਖਾ ਲੈਂਦੇ ਨੇ? ਦੇਖੋ, ਉਹਨਾਂ ਦੇ ਮੈਂ ਪਹਿਲਾਂ ਵੀ ਤੁਹਾਨੂੰ ਲੇਖ ਕਰ ਚੁੱਕਾ ਕਿ ਉਹ ਵੱਖ-ਵੱਖ ਜੈਪਨੀਜ਼ ਬਹੁਤ ਬਣੇ, ਬੋਧੀ, ਥਾਈਜ਼ ਲੋਕ ਬਹੁਤ ਬਣੇ ਜੀ, ਤੇ ਚਾਈਨੀਜ਼ ਬਹੁਤ ਬਣੇ, ਕੋਰੀਅਨ ਬਹੁਤ ਬਣੇ। ਇਹ ਸੀ ਫੂਡਸ ਇਹਦਾ ਮੁੱਖ ਇਹਨਾਂ ਦਾ ਆਹਾਰ ਸੀ। ਅੱਜ ਤਾਂ ਸਾਇੰਸਦਾਨ ਇਹ ਕਹਿ ਰਹੇ ਨੇ ਜੋ ਸੀ ਫੂਡਸ ਖਾਂਦੇ ਨੇ ਜਾਂ ਮੱਛੀ ਖਾਂਦੇ ਨੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਘੱਟ ਲੱਗਦੀਆਂ। ਠੀਕ ਹੈ, ਤੇ ਉਹ ਇਹ ਵੀ ਮੰਨਿਆ ਜਾਂਦਾ। ਮੈਨੂੰ ਇੱਕ ਮੈਂ ਪੜ੍ਹਦਾ ਸੀ, ਉਹ ਬੜੀ ਤਗੜੀ ਰਾਈਟਰ ਆ, ਉਹ ਮੈਂ ਨਾਮ ਨਹੀਂ ਆ ਰਿਹਾ, ਉਹ ਕਹਿੰਦੇ ਮੈਨੂੰ ਬੋਧੀ ਮਿਲਿਆ ਤਿੱਬਤ 'ਚ। ਉਹ ਕਹਿੰਦੇ ਅਸੀਂ ਜਿਹੜਾ ਵੱਡਾ ਜਾਨਵਰ ਆ ਉਹ ਮਾਰ ਕੇ ਖੁਸ਼ ਹਾਂ, ਉਹਦੇ ਨਾਲ ਘੱਟ ਜਾਨਵਰਾਂ ਦਾ ਹੱਤਿਆ ਹੁੰਦੀ ਹੈ। ਜ਼ਿਆਦਾ ਲੋਕ ਮੀਟ ਖਾ ਸਕਦੇ ਆ, ਜ਼ਿਆਦਾ ਖਾ ਸਕਦੇ ਨੇ। ਜੇ ਅਸੀਂ ਛੋਟੇ ਜਾਨਵਰ ਮਾਰਾਂਗੇ ਤਾਂ ਜ਼ਿਆਦਾ ਪਾਪ ਕਰਨਾ ਪੈਣਾ। ਉਹ ਪਾਪ ਉਹਨੂੰ ਸਮਝਦੇ ਆ, ਪਰ ਗੁਰਮਤਿ ਨਹੀਂ ਸਮਝਦੀ ਪਾਪ ਨੂੰ। ਇਹ ਤਾਂ ਕਹਾਵਤ ਸਮਝਦੀ ਹੈ। ਇਹ ਪਾਪ ਉਹਨੂੰ ਸਾਡਾ ਇਹੀ ਹੈ। ਤੇ ਵੀ ਕੋਈ ਇਹੋ ਜਿਹੀ ਗੱਲ ਨਹੀਂ, ਨਾ ਵਹਿਮ ਪ੍ਰਸਤੀ ਆ। ਜਿਵੇਂ ਹਰਦਮਨ ਸਿੰਘ ਬਗੜੀ ਕਹਿੰਦੇ ਸੀ ਵੀ ਕੋਈ ਇਹ ਪਾਸਪੋਰਟ ਨਹੀਂ ਮਿਲ ਜਾਂਦਾ ਵੀ ਤੁਹਾਨੂੰ ਸੁਰਗ 'ਚ ਥਾਂ ਮਿਲ ਜੂ ਜੇ ਮਾਸ ਨਹੀਂ ਖਾਂਦੇ, ਤੇ ਤੁਹਾਨੂੰ ਕੋਈ ਨਰਕ 'ਚ ਥਾਂ ਨਹੀਂ ਮਿਲਣੀ, ਤੁਸੀਂ ਮੀਟ ਮਾਸ ਖਾਂਦੇ ਹੋ। ਸੋ ਹੁਣ ਇਸ ਟਾਈਮ ਅਕਾਲ ਤਖਤ ਤੋਂ ਇਹ ਹੁਕਮ ਆ ਚੁੱਕਾ? ਹੁਕਮ ਆ ਚੁੱਕਾ ਬਈ ਝਟਕਾ ਖਾ ਸਕਦੇ ਆ ਸਿੱਖ, ਝਟਕਾ ਖਾ ਸਕਦੇ ਨੇ। ਕੋਈ ਉਹਦੇ ਨਾਲ ਅਵੱਗਿਆ ਨਹੀਂ ਹੁੰਦੀ, ਧਰਮ ਭ੍ਰਿਸ਼ਟ ਨਹੀਂ ਹੁੰਦਾ। ਨਹੀਂ, ਇਹ ਇੱਕ ਤਾਂ। ਦੂਜਾ ਇੱਕ ਹੋਰ ਆ ਗੱਲ, ਜਦੋਂ ਅਸੀਂ ਵਿਦੇਸ਼ਾਂ ਵਿੱਚ ਵੀ ਆ ਜਾਂਦੇ ਹਾਂ, ਨਾਰਥ ਅਮਰੀਕਾ 'ਚ ਅਸੀਂ ਬੈਠੇ ਹਾਂ, ਜਦੋਂ ਇਹ ਲੋਕ ਹੈਰਾਨ ਹੁੰਦੇ ਨੇ ਜਦੋਂ ਤੁਸੀਂ ਕਹਿੰਦੇ ਮੀਟ ਖਾਂਦੇ ਹੋ। ਜਦੋਂ ਇਹ ਬੀਫ ਦੀ ਗੱਲ ਹੁੰਦੀ ਹੈ, ਸਾਡੇ ਬਹੁਤ ਲੋਕ 5-10% ਤਾਂ ਖਾਂਦੇ ਨੇ ਓਪਨਲੀ। ਉਹ ਕਹਿੰਦੇ ਜੀ ਅਸੀਂ ਬੀਫ ਨਹੀਂ ਖਾ ਸਕਦੇ। ਇਹ ਉਹਨਾਂ ਦੀ ਮਾਨਸਿਕ ਤੌਰ 'ਤੇ ਜਿਹੜਾ ਪ੍ਰਭਾਵ ਆ ਵੱਡੀ ਗਿਣਤੀ ਦੇ ਸਮਾਜ ਦੇ, ਜਿੱਥੇ ਕਿਹਾ ਗਿਆ ਸੀ ਗਊ ਪਵਿੱਤਰ ਆ। ਹਾਲਾਂਕਿ ਇਹ ਪ੍ਰੂਵ ਹੋ ਚੁੱਕਾ ਇਤਿਹਾਸਿਕ ਤੌਰ 'ਤੇ ਵੀ ਬ੍ਰਾਹਮਣ ਮਾਸ, ਗਊ ਮਾਸ ਖਾਂਦਾ ਸੀ, ਜਿਹੜੀ ਬਲੀ ਦਿੱਤੀ ਹੁੰਦੀ ਸੀ। ਈਵਨ ਵਿਵੇਕਾਨੰਦ ਨੇ ਇੱਥੋਂ ਤੱਕ ਕਹਿ ਦਿੱਤਾ ਜੇ 5 ਬ੍ਰਾਹਮਣ ਰਲ ਕੇ ਇੱਕ ਗਊ ਨਹੀਂ ਸੀ ਖਾ ਸਕਦੇ, ਉਹਨੂੰ ਚੰਗਾ ਬ੍ਰਾਹਮਣ ਨਹੀਂ ਸੀ ਮੰਨਿਆ ਜਾ ਸਕਦਾ। ਦੇਖੋ, ਇਸ ਵੇਲੇ ਭਾਰਤ ਦੇ ਹਿੰਦੂਆਂ ਦਾ ਸਭ ਤੋਂ ਵੱਡਾ, ਜੇ ਆਪਣਾ ਮੰਨਿਆ ਜਾਵੇ, ਜਿੱਤੇ ਇਤਵਾਰ ਕਰਦੇ ਨੇ, ਵਿਸ਼ਵਾਸ ਕਰਦੇ ਨੇ, ਸਵਾਮੀ ਵਿਵੇਕਾਨੰਦ, ਜੋ ਬੜੇ ਤੜੇ ਸਕਾਲਰ ਸਨ, ਤੇ ਉਹਨਾਂ ਦੇ ਇਹ ਕੋਟ ਆ। ਤੇ ਅੱਜ ਵੀ ਇਹ ਮਾਸ, ਉਹ ਕਹਿੰਦੇ ਮੇਰਾ ਇਹ ਨਹੀਂ ਫਰਕ ਪੈਂਦਾ। ਜੇ ਜਿਹੜਾ ਮੁੱਖ ਮੰਤਵ ਆ ਨਾ ਜੀਵਨ ਦਾ, ਉਹ ਕਹਿੰਦੇ ਕੋਈ ਬੰਦਾ ਕੁਝ ਖਾਵੇ ਪਰ ਉਹਦਾ
ਆਪਣੇ ਤੌਰ ਤੇ ਮੁਲਾਂਕਣ ਕਰੇ ਵੀ ਸਮਾਜ ਲਈ ਕੀ ਦੇ ਰਿਹਾ। ਜੇ ਸਮਾਜ ਲਈ ਦੁਖਦਾਈ ਬੰਦਾ ਤਾਂ ਉਹਦਾ ਕੀ ਫਾਇਦਾ, ਕੋਈ ਖਾਵੇ ਨਾ ਖਾਵੇ। ਉਹ ਕਹਿੰਦੇ ਭਾਵੇਂ ਨਿੱਤ ਸੂਰ ਖਾਵੇ, ਵੀ ਸਮਾਜ ਪ੍ਰਤੀ ਕੀ ਕੰਟਰੀਬਿਊਟ ਕਰਦਾ, ਉਹ ਕੀ ਸੇਵਾ ਕਰਦਾ। ਜਿਹੜਾ ਉਸ ਸੂਰ ਉਸ ਗਾਏ ਦੀ ਕੌਨਸੈਪਟ ਸੀ ਵੀ ਸਿੱਖ ਜਿਹੜੇ ਸਨ ਜਾਂ ਹਿੰਦੂ ਸੀ ਉਹ ਗਊ ਦਾ ਮਾਸ ਨਹੀਂ ਸੀ ਖਾਂਦੇ ਤੇ ਮੁਸਲਮਾਨ ਸੂਰ ਦਾ ਮਾਸ ਨਹੀਂ ਖਾਂਦੇ। ਇਹ ਮੁਹਾਵਰਾ ਬਣਾਇਆ, ਫਰੇਜ਼ ਬਣਾਈ ਹੈ। ਇਹਦੇ ਪਿੱਛੇ ਕੋਈ ਸਾਇੰਟੀਫਿਕ ਨਹੀਂ ਹੈ। ਇਹ ਸਾਇੰਟੀਫਿਕ ਨਹੀਂ। ਗੁਰਬਾਣੀ ਅੰਦਰ ਦੇਖੋ, ਇੱਕ ਮੈਂ ਆਸਾ ਦੀ ਵਾਰ ਦਾ ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ। ਇਹਦਾ ਮੰਤਵ ਇਹ ਆ, ਇਹ ਮੁਹਾਵਰੇ ਤੌਰ ਤੇ ਵਰਤੇ ਗਏ ਆ। ਇਹ ਮਾਸ ਖਾਣ ਪ੍ਰਤੀ ਨਹੀਂ ਹੈਗਾ। ਮਾਨਸ ਖਾਣੇ ਵੀ ਮਨੁੱਖਾਂ ਦੇ ਮਾਸ ਖਾਣ ਵਾਲੇ ਉਹ ਨਿਵਾਜ ਕਰਦੇ ਨੇ, ਇਹ ਮੁਸਲਮਾਨਾਂ ਪ੍ਰਤੀ ਆਖਿਆ ਗਿਆ। ਇਹ ਧਰਮ ਦੇ ਪ੍ਰਤੀਕ ਤੌਰ ਤੇ ਸੀ ਵੀ ਨਾਲੇ ਤੁਸੀਂ ਧਰਮ ਦਾ ਪਖੰਡ ਕਰਦੇ ਹੋ, ਨਿਵਾਜ ਕਰਦੇ ਹੋ, ਨਾਲੇ ਦੁੱਖ ਦੇ ਰਹੇ ਲੋਕਾਂ ਨੂੰ। ਛੁਰੀ ਵਗਾਇਨ ਤਿੰਨ ਗਲ ਤਾਗ। ਇਹ ਬ੍ਰਾਹਮਣ ਕੋਈ ਛੁਰੀ ਲੈ ਕੇ ਮਗਰ ਤਾਂ ਪੈਂਦਾ ਨਹੀਂ ਸੀ। ਇਹ ਮੁਹਾਵਰਾ ਵੀ ਜਿਨ੍ਹਾਂ ਦੇ ਜਨੇਊ ਪਾਏ ਹੋਏ ਨੇ, ਧਰਮ ਦਾ ਪਖੰਡ ਕਰਦੇ ਨੇ ਤੇ ਉਹ ਵੀ ਲੋਕਾਂ ਨੇ ਜ਼ੁਲਮ ਕਰਦੇ ਨੇ। ਇਹ ਉਸ ਤਰ੍ਹਾਂ ਦੇ ਮੁਹਾਵਰੇ, ਇਹਨਾਂ ਦੇ ਅਰਥ ਮਾਸ ਖਾਣ ਪ੍ਰਤੀ। ਹਾਂਜੀ। ਤੇ ਪਰ ਇਸ ਦੇ ਪਿੱਛੇ ਹੁਣ ਇਹ ਗੱਲ ਸਿੱਧੀ ਸਾਫ਼ ਹੋ ਚੁੱਕੀ ਆ ਸਾਇੰਟੀਫਿਕਲੀ ਕਿ ਮੀਟ ਖਾਣ ਦੇ ਵਿੱਚ ਕੋਈ ਆਫਤ ਨਹੀਂ, ਔਰ ਖ਼ਾਸ ਤੌਰ ਦੇ ਉੱਤੇ ਧਰਮ ਭ੍ਰਿਸ਼ਟ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਇਹ ਆ ਕਿ ਮੀਟ ਖਾ ਕੇ ਮੇਰਾ ਧਰਮ ਭ੍ਰਿਸ਼ਟ ਹੋ ਜਾਏਗਾ, ਮੈਂ ਨਰਕਾਂ ਜਾਵਾਂਗਾ, ਇਹ ਪਾਪ ਆ। ਪਹਿਲੀ ਗੱਲ ਤਾਂ ਗੁਰਮਤ ਸਿੱਖ ਧਰਮ ਨਰਕ ਸਵਰਗ ਮੰਨਦੇ ਹੀ ਨਹੀਂ। ਕਵਨ ਨਰਕ ਆ ਸੁਰਗ ਵਿਚਾਰਾ ਸੰਤਨ ਦਊ ਰਾਧੇ। ਇਹ ਸੰਤ ਲੋਕਾਂ ਨੇ ਤਾਂ ਇਰਾਦੀ ਕਰ ਦਿੱਤੇ। ਇਹ ਗੁਰਬਾਣੀ ਦਾ ਸ਼ਬਦ ਆ, ਠੀਕ ਨਹੀਂ। ਕੋਈ ਨਰਕ ਨਹੀਂ, ਕੋਈ ਸੁਰਗ ਨਹੀਂ। ਅਸੀਂ ਇਸ ਜਿਉਂਦੇ ਜੀ ਨਰਕ ਭੋਗਣਾ, ਜਿਉਂਦੇ ਜੀ ਸੁਰਗ ਭੋਗਣਾ। ਇਹ ਤੁਸੀਂ ਆਪਣੀ ਇਹ ਮਾਨਸਿਕਤਾ, ਤੁਹਾਡੀ ਸੋਚ ਆ, ਉਹਦੇ ਅਨੁਸਾਰ ਰਹਿਣਾ। ਤੁਸੀਂ ਆਪਣੇ ਆਪ ਨੂੰ ਸੁਰਗ 'ਚ ਵੀ ਜਾ ਸਕਦੇ ਹੋ ਤੇ ਆਪਣੇ ਆਪ ਨੂੰ ਤੁਸੀਂ ਨਰਕ 'ਚ ਮਹਿਸੂਸ ਕਰ ਸਕਦੇ ਹੋ। ਇਹ ਜਿਉਂਦੇ ਜੀ ਆ, ਮਰਨ ਉਪਰੰਤ ਗੁਰਮਤ ਨਰਕ ਸੁਰਗ ਨੂੰ ਨਹੀਂ ਮੰਨਦੀ। ਲਾਈਨ 2, ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਣ ਰਹੀ ਸੀ ਪ੍ਰੋਗਰਾਮ। ਡਾਕਟਰ ਪੂਰਨ ਸਿੰਘ ਦੀ ਇਹ ਕਿਤਾਬ ਮੈਂ ਪੜ੍ਹੀ ਹੈ। ਮੇਰੇ ਥੋੜ੍ਹੇ ਜਿਹੇ ਸਫ਼ੇ ਰਹਿ ਗਏ ਇਹਦੇ ਪੜ੍ਹਨ ਵਾਲੇ ਹਾਲੇ। ਕਿਤਾਬ ਬਹੁਤ ਹੀ ਵਧੀਆ, ਅੱਜ ਦੇ ਸਮੇਂ ਦੀ ਇਹ ਲੋੜ ਸੀ। ਇਹ ਕਿਤਾਬ ਬਹੁਤ ਸਾਦੀ ਭਾਸ਼ਾ 'ਚ, ਸਿੰਪਲ ਭਾਸ਼ਾ ਦੇ ਵਿੱਚ ਲਿਖੀ ਹੋਈ ਆ। ਪੜ੍ਹਨ ਨੂੰ ਵੀ ਸੌਖੀ ਵੀ ਆ ਔਰ ਗੱਲ ਵੀ ਸੌਖੇ ਤਰੀਕੇ ਨਾਲ ਸਮਝ ਆਉਂਦੀ ਆ। ਅਤੇ ਡਾਕਟਰ ਪੂਰਨ ਸਿੰਘ ਨੇ ਜਿਹੜੀ ਇਹਦੀ ਬਹੁਤ ਡੀਟੇਲਡ ਸਟੱਡੀ ਕੀਤੀ ਆ, ਬਹੁਤ ਸਾਰੇ ਧਰਮਾਂ ਦਾ, ਜਿੰਨਾ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਨਿਚੋੜ ਕੱਢ ਕੇ, ਚਾਹੇ ਉਹ ਚੈਪਟਰ ਬਹੁਤ ਡੂੰਘੇ, ਬਹੁਤੇ ਲੰਬੇ ਨਹੀਂ ਹੈਗੇ, ਛੋਟੇ ਛੋਟੇ ਚੈਪਟਰ ਨੇ, ਪਰ ਉਹਨਾਂ ਦੇ ਵਿੱਚ ਬਹੁਤ ਸੋਹਣੀ ਉਨੀ ਕੁ ਮਾਸ ਖਾਣ ਦੇ ਨਾਲ ਸੰਬੰਧਿਤ ਜਿੰਨੀ ਕੁ ਉਸ ਧਰਮ ਦੇ ਵਿੱਚੋਂ ਜਾਣਕਾਰੀ ਚਾਹੀਦੀ ਸੀ, ਉਹ ਜਾਣਕਾਰੀ ਲੈ ਕੇ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਕਿਤਾਬ ਆ ਜਿਹੜੀ ਉਹ। ਤੁਹਾਨੂੰ ਲੱਗਦਾ ਕਿ ਮੀਟ ਖਾਣ ਵਾਲੇ ਜਾਂ ਸ਼ਿਕਾਰ ਖੇਡਣ ਵਾਲੇ ਲੋਕ ਦਇਆਵਾਨ ਨਹੀਂ ਹੋ ਸਕਦੇ? ਦਇਆ ਜਿਹੜੀ ਆ ਉਹ ਇਹਦੇ ਨਾਲ ਕੰਪਰੋਮਾਈਜ਼ ਹੁੰਦੀ ਹੈ। ਮੀਟ ਖਾਣ ਵਾਲੇ ਲੋਕ ਦਇਆਵਾਨ ਨਹੀਂ ਹੁੰਦੇ? ਇਹ ਦੇਖੋ, ਇਹੀ ਗੱਲ ਆ ਵੀ ਇਹ ਕੰਟਰੋਵਰਸ਼ੀਅਲ ਹੋਣ ਕਰਕੇ ਇਹਨਾਂ ਨੇ ਜਿਹੜੀ ਕਿਤਾਬ ਆ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਐਡਿਟ ਕੀਤੀ ਆ। ਸੋ ਮੈਨੂੰ ਇਹ ਹਰੇਕ ਬੰਦੇ ਦੀ, ਮੈਨੂੰ ਲੱਗਦਾ, ਆਪਣੀ ਆਪਣੀ ਸੋਚ ਆ ਧਰਮਾਂ ਦੇ ਹਿਸਾਬ ਦੇ ਨਾਲ ਵੀ। ਹੁਣ ਜਿਵੇਂ ਇਹਨਾਂ ਨੇ ਆਹ ਜਿਹੜਾ ਤੁਹਾਡਾ ਸਵਾਲ ਆ ਕਿ ਮੈਨੂੰ ਇਹ ਪਰਸਨਲੀ ਮੈਨੂੰ ਲੱਗਦਾ ਕਿ ਉਹ ਦਇਆਵਾਨ ਨਹੀਂ ਹੁੰਦੇ, ਮੈਨੂੰ ਇਹ ਲੱਗਦਾ ਪਰਸਨਲੀ, ਹੈ ਨਾ। ਪਰ ਜਿਹੜਾ ਹੈਗਾ ਇਹਦੇ ਵਿੱਚ, ਜਿਵੇਂ ਹੁਣੇ ਪਹਿਲਾਂ ਥੋੜ੍ਹੀ ਦੇਰ ਪਹਿਲਾਂ ਤੁਸੀਂ ਗੱਲਬਾਤ ਕਰ ਰਹੇ ਸੀ ਡਾਕਟਰ ਪੂਰਨ ਸਿੰਘ ਹੋਰਾਂ ਦੇ ਨਾਲ ਕਿ ਝਟਕਾ ਸਿੱਖ ਖਾ ਲੈਂਦੇ ਆ, ਹੈ ਨਾ, ਅਤੇ ਜਿਹੜੇ ਬਾਕੀ ਦੂਸਰੇ ਧਰਮਾਂ ਵਾਲੇ ਆ ਉਹ ਦੂਸਰਾ ਹਲਾਲ ਜਾਂ ਕੋਸ਼ਰ ਜਿਵੇਂ ਦਾ ਉਹ ਮੀਟ ਆ ਉਹ ਖਾ ਲੈਂਦੇ ਆ। ਤਾਂ ਮੇਰੇ ਪਰਸਨਲੀ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਝਟਕਾ ਵੀ ਆ, ਚਾਹੇ ਝਟਕਾ ਆ, ਚਾਹੇ ਹਲਾਲ ਆ, ਚਾਹੇ ਉਹ, ਫਿਰ ਜੇ ਮੀਟ ਖਾ ਹੀ ਲਿਆ ਤਾਂ ਫਿਰ ਉਹਦੇ 'ਚ ਉਹ ਕੀ ਰਹਿ ਗਿਆ, ਝਟਕਾ ਹੋਇਆ ਜਾਂ ਕੁਛ ਵੀ ਹੋਇਆ ਫਿਰ ਤਾਂ। ਸੋ ਇਹ ਵੀ ਮੈਨੂੰ ਲੱਗਦਾ ਵੀ ਇਹ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਆ ਅਤੇ ਉਹ ਧਰਮ ਦੇ ਨਾਲ ਉਹ ਕਿਸ ਤਰੀਕੇ ਦੇ ਨਾਲ ਜੁੜਿਆ ਹੋਇਆ। ਮੈਨੂੰ ਤਾਂ, ਜੇ ਮੈਂ ਸਿੱਖ ਧਰਮ ਨਾਲ ਸੰਬੰਧਿਤ ਹਾਂ, ਮੈਨੂੰ ਇਹ ਲੱਗਦਾ ਵੀ ਝਟਕਾ ਵੀ ਫਿਰ ਕਿਉਂ ਖਾਣਾ, ਜਾਂ ਜੇ ਖਾਂਦੇ ਹੋ ਤਾਂ ਫਿਰ ਕੁਛ ਵੀ ਖਾ ਸਕਦੇ ਹਾਂ। ਡਾਕਟਰ ਸਾਹਿਬ, ਹਾਂਜੀ, ਦਇਆ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਦਇਆ ਇਹਦੇ ਨਾਲ ਕੋਈ ਸੰਬੰਧ ਨਹੀਂ। ਹੁਣ ਮੈਂ ਜਿਹੜੇ ਸਾਡੇ ਮਹਾਨ ਯੋਧੇ ਹੋਏ ਨੇ, ਸਕਾਲਰ ਹੋਏ ਨੇ, ਹੁਣ ਅਕਾਲੀ ਕੌਰ ਸਿੰਘ ਬਹੁਤ ਬੜੇ ਮਹਾਨ ਵਿਦਵਾਨ ਸੀ ਅਤੇ ਬੜੀ ਮਿੱਤਰਤਾ ਸੀ ਉਹਨਾਂ ਨੂੰ ਭਾਈ ਰਣਧੀਰ ਸਿੰਘ ਨਾਲ ਜੀ। ਪਰ ਉਹ ਮਾਸ ਖਾਂ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਜਿਹੜੇ ਆਪਣੇ ਭਾਈ ਲਛਮਣ ਸਿੰਘ ਧਾਰੋਵਾਲੀ ਜਿਹੜੇ ਨਨਕਾਣਾ ਸਾਹਿਬ ਸ਼ਹੀਦ ਹੋਏ ਆ,
ਉਹ 5 ਸੇਰ ਮਾਸ ਰੋਜ਼ ਖਾ ਲੈਂਦੇ ਸੀ। ਬਘੇਲ ਸਿੰਘ ਇੱਕ ਬੱਕਰਾ ਰੋਜ਼ ਖਾ ਲੈਂਦੇ ਸੀ। ਤੇ ਜੱਸਾ ਸਿੰਘ ਆਲੂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਰਹੇ ਤੇ ਉਹ ਮਾਸਾਹਾਰੀ ਸੀ ਪੂਰੀ ਤਰ੍ਹਾਂ। ਦਇਆਵਾਨ ਵੀ ਸੀ। ਦਇਆਵਾਨ ਉਹ ਤਾਂ ਅਸੀਂ ਅੱਜ ਦਇਆਵਾਨ ਤਾਂ ਉਹ ਆ ਜਿੱਥੇ ਮਨੁੱਖਤਾ ਦੀ ਕੌਮੀ ਕਿਸੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੋਵੇ, ਜੇ ਅਸੀਂ ਉਹਦੀ ਖਾਤਰ ਲੜਦੇ ਹਾਂ, ਉਹਦੀ ਖਾਤਰ ਆਵਾਜ਼ ਵੀ ਬੁਲੰਦ ਕਰਦੇ ਹਾਂ, ਉਹ ਤੁਸੀਂ ਦਇਆਵਾਨ ਹੋ। ਤੁਸੀਂ ਅਸਲੀ ਇਨਸਾਨ ਹੋ, ਅਸਲੀ ਮਨੁੱਖ ਹੋ। ਤੁਹਾਡਾ ਮੰਤਵ ਆ ਸੰਸਾਰ 'ਚ ਆਉਣ ਦਾ ਵੀ ਦੁਖੀਆਂ ਦੀ ਪੁਕਾਰ ਸੁਣੋ, ਠੀਕ ਹੈ, ਦੀਨਾਂ ਦੀ ਪੁਕਾਰ ਸੁਣੋ। ਅਤੇ ਇਹਦੇ ਨਾਲ ਕੋਈ ਸੰਬੰਧ ਨਹੀਂ ਤੁਹਾਡੇ ਖਾਣ ਪੀਣ ਨਾਲ ਸੰਬੰਧ ਵੀ ਬੰਦਾ ਦਇਆਵਾਨ ਨਹੀਂ ਹੋ ਸਕਦਾ, ਠੀਕ ਨਹੀਂ। ਇੱਕ ਕਾਲ ਹੋ ਲੈ ਜੀ, ਜਸਵਿੰਦਰ ਸਿੰਘ ਜੀ। ਹਾਂਜੀ, ਥਿੰਦ ਸਾਹਿਬ ਜੀ ਤੇ ਡਾਕਟਰ ਪੂਰਨ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਟੌਪਿਕ ਲਿਆਂਦਾ ਤੁਸੀਂ। ਔਰ ਡਾਕਟਰ ਪੂਰਨ ਸਿੰਘ ਜੀ, ਮੈਂ ਕਿਤਾਬਾਂ ਪੜ੍ਹੀਆਂ, ਇਹਨਾਂ ਨੇ ਭੇਜੀ, ਹੁਣ ਵੀ ਮੈਂ ਪੜ੍ਹ ਰਹੀ, ਮੇਰੇ ਕੋਲ ਹੀ ਸੀਗੀ ਕਿਤਾਬ। ਇਹ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜੇ ਕਿ ਵਾਦ ਵਿਵਾਦ ਪਾਏ ਹੋਏ ਆ ਧਰਮਾਂ ਦੇ ਵਿੱਚ, ਖਾਣ ਪੀਣ ਦੇ ਉੱਤੇ ਬੜੇ ਕਲੀਅਰ ਕੀਤੇ ਆ ਇਹਨਾਂ ਨੇ। ਉਹਦੇ ਵਿੱਚ ਜ਼ਰੂਰ ਇਹ ਕਿਤਾਬ ਲੈ ਕੇ ਪੜ੍ਹਨੀ ਚਾਹੀਦੀ ਆ। ਸੋ ਰਹੀ ਗੱਲ ਜਿਹੜੀ ਦਇਆਵਾਨ ਦੀ, ਤੇ ਆਪਣੇ ਅੱਜ ਵੀ ਬਹੁਤ ਵੱਡੇ ਪੱਧਰ ਤੇ ਵਰਲਡ ਲੈਵਲ ਤੇ ਸੇਵਾ ਕਰਨ ਵਾਲੇ ਹੈਗੇ ਆ ਅੱਜ ਵੀ ਮਨੁੱਖ, ਜਿਹੜੇ ਕਿ ਉਹ ਵੀ ਸੇਵਨ ਕਰਦੇ ਆ। ਇਹ ਮੈਂ ਵਿਦ ਪ੍ਰੂਫ ਕਰ ਸਕਦਾ। ਥੈਂਕ ਯੂ ਜੀ। ਕੈਪਟਨ ਡੀਜੇ ਸਿੰਘ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੈਪਟਨ ਸਾਹਿਬ। ਸਰ ਜੀ, ਮੈਂ ਇਸ ਦਜਿੱਤੀ ਚੋਂ ਹਮੇਸ਼ਾ ਨਿਕਲਿਆ। ਮੈਂ ਸ਼ਿਪਸ ਦੇ ਉੱਪਰ ਸੇਲ ਕੀਤਾ ਐਂਡ ਮੋਸਟਲੀ ਆਈ ਸੇਲ ਵਿਦ ਫਿਲੀਪੀਨੋ ਕਰੂ ਐਂਡ ਜਿਹੜੇ ਬਾਕੀ ਹੁੰਦੇ ਆ ਜਿਹੜੇ ਨਾਨ ਵੈਜ ਖਾਂਦੇ ਆ। ਆਈ ਥਿੰਕ 80% ਆਫ ਦਾ ਵਰਲਡ ਇਜ਼ ਈਟਿੰਗ ਨਾਨ ਵੈਜ। ਬਟ ਜਦੋਂ ਕੋਈ ਵੀ ਨਾਨ ਵੈਜ ਖਾਣ ਵਾਲਾ ਬੰਦਾ, ਖਾਸ ਕਰਕੇ ਪੰਜਾਬੀ ਤਬਕੇ ਦਾ, ਗੁਰਬਾਣੀ ਦਾ ਆਧਾਰਾ ਦੇ ਕੇ ਨਾਨ ਵੈਜ ਦੀ ਸਪੋਰਟ ਕਰਨੀ ਚਾਹੁੰਦਾ ਤਾਂ ਇਸ ਨਾਲ ਮੈਂ ਸਹਿਮਤ ਨਹੀਂ ਹੁੰਦਾ। ਬਿਕੋਜ਼ ਗੁਰੂ ਅੰਗਦ ਦੇਵ ਜੀ ਅਲੂਨੀ ਦਾਲ ਖਾਂਦੇ ਰਹੇ, ਜਿਹਦੇ ਵਿੱਚ ਲੂਣ ਵੀ ਨਹੀਂ ਹੁੰਦਾ ਸੀ, ਰਾਈਟ। ਗੁਰਬਾਣੀ ਕਹਿੰਦੀ ਆ ਕਿ ਕਈ ਕੋਟ ਗਲ ਵੱਢ ਹੱਤਿਆ ਕਮਾਈ, ਕਈ ਕਰੋੜਾਂ ਜਿਹੜੇ ਆ ਗਲ ਵੱਢ ਕੇ ਹੱਤਿਆ ਕਮਾਉਂਦੇ ਆ। ਸੋ ਕੀ ਉਹ ਗਲ ਵੱਢਣਾ ਇਕੱਲਾ ਬੰਦਿਆਂ ਦਾ ਹੀ ਸੀ? ਗਲ ਵੱਢਣਾ ਇਹ ਮੇਰੇ ਖਿਆਲ ਨਾਲ, ਜਿਵੇਂ ਸੰਤ ਭਿੰਡਰਾਂ ਵਾਲਿਆਂ ਨੇ ਵੀ ਕਿਹਾ ਕਿ ਅਗਰ ਮੀਟ ਅਲਾਉਡ ਹੁੰਦਾ ਤਾਂ ਇਹ ਫਿਰ ਆਪਣੇ ਲੰਗਰਾਂ ਦੇ ਹੋਣਾ ਸੀ। ਥੈਂਕ ਯੂ ਜੀ। ਸਰ ਗੁਰਦੇਵ ਸਿੰਘ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਕੋਲ ਇੰਨੀ ਨੌਲੇਜ ਤਾਂ ਹੈ ਨਹੀਂ ਗੀ, ਪਰ ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਜੀ, ਜਿਹੜੇ ਇਹਨਾਂ ਨੇ ਕਿਹਾ ਬਘੇਲ ਸਿੰਘ ਜੀ ਰੋਜ਼ ਇੱਕ ਬੱਕਰਾ ਖਾ ਜਾਂਦੇ, ਕੀ ਪੋਸੀਬਲ ਹੈਗਾ? ਇਨਸਾਨ ਸੀਗੇ ਜਾਂ ਜਿਹੜੇ ਇਸ ਤਰ੍ਹਾਂ ਦੇ ਯੋਧੇ ਆ ਮੀਟ ਖਾਂਦੇ ਰਹੇ ਜੀ? ਹਾਂਜੀ, ਅਤੇ ਇਹ ਬੱਕਰਾ ਮੇਰੇ ਖਾਣ ਦਾ ਮਤਲਬ ਆ ਜਿਹੜਾ ਇਤਿਹਾਸਿਕ ਤੌਰ 'ਤੇ ਤੱਥ ਆ ਸਾਡੇ ਕੋਲ, ਅਸੀਂ ਉਹਨਾਂ ਨੂੰ ਝਠਲਾ ਨਹੀਂ ਸਕਦੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਸਮਕਾਲੀ ਰਾਈਟਰ ਨੇ, ਅਤੇ ਉਹਦੇ ਵਿੱਚ ਇਹ ਆ ਗਿਆ ਵੀ ਹੁਣ ਕਈ ਵਾਰੀ ਕਿਤੇ ਲੰਗਰ 'ਚ ਕਿਉਂ ਨਹੀਂ ਬਣਦਾ, ਹੁਣ ਕਿਉਂ ਨਹੀਂ ਬਣਦਾ, ਇਹ ਸਵਾਲ ਵੀ ਪੁੱਛਦੇ ਲੋਕ। ਇਹ ਗੁਰੂ ਅੰਗਦ ਸਾਹਿਬ ਵੇਲੇ ਲੰਗਰ 'ਚ, ਗੁਰੂ ਅਮਰਦਾਸ ਵੇਲੇ ਸਬੂਤ ਹੈ ਇਤਿਹਾਸ 'ਚ ਵੀ ਲੰਗਰ 'ਚ ਮਾਸ ਬਣਦਾ ਸੀ। ਅਤੇ ਇਹ ਤੁਸੀਂ ਜਿਹੜੇ ਕਹਿੰਦੇ ਵੀ ਜਿਹੜਾ ਪੋਸੀਬਲ ਨਹੀਂ, ਕਈ ਵਾਰੀ ਸਾਨੂੰ ਇਹ ਕਹਿੰਦੇ ਵੀ ਉਹ ਤਾਂ ਬੱਕਰਾ ਖਾ ਜਾਂਦਾ, ਅਸੀਂ ਕਹਿੰਦੇ ਉਹ ਤਾਂ ਧੜੀ ਅੰਨ ਖਾ ਜਾਂਦਾ। ਇਹ ਮੁਹਾਵਰੇ ਆ, ਇਹਨੂੰ ਕਹਿੰਦੇ ਲਿਟਰਲ ਮੀਨਿੰਗਸ ਨਾ ਕਹੀਏ ਗੁਰਬਾਣੀ 'ਚ। ਹੁਣ ਆਪਾਂ ਗੁਰਬਾਣੀ 'ਤੇ ਕਹਿੰਦੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਹੋਏ, ਜਿੱਤੇ ਦਾਣੇ ਅੰਨ ਕੇ ਜੀਆਂ ਆਵਾਜ਼ ਨਾ ਕੋਏ, ਹੈ ਹੀ ਨਹੀਂ। ਹਰ ਇੱਕ ਭਾਵੇਂ ਜੀ ਆ। ਇਹ ਪੰਥਪ੍ਰੀਤ ਸਿੰਘ ਉਹਨਾਂ ਨੇ ਬੜਾ ਸੋਹਣਾ ਵਿਆਖਿਆ ਕੀਤੀ ਸੀ। ਇਹ ਤੁਸੀਂ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਦਾਰਸ਼ਨਿਕ ਵਿਚਾਰਾਂ ਨੂੰ ਮੰਨਾਂਗੇ ਨਾ ਤਾਂ ਹੀ ਸਿੱਖ ਖਾਵਾਂਗੇ ਜੀ। ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਮੰਨੀਏ ਨਾ, ਅਸੀਂ ਡਬਲ ਸਟੈਂਡ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਠੀਕ ਹੈ, ਜਦੋਂ ਸਾਗ ਤੋੜਦੇ ਚੀਕਾਂ ਨਹੀਂ ਸੁਣ ਸਕਦੇ। ਇਹ ਤਾਂ ਜਗਦੀਸ਼ ਚੰਦਰ ਬੋਸ ਕਹਿੰਦੇ ਸੀ ਇਹ ਤਾਂ ਜੀਵ ਸਾਰਿਆਂ 'ਚ ਹੀ ਜਾਣ। ਇਹ ਇਸ ਤਰ੍ਹਾਂ ਦਾ ਨਾ ਇੱਕ ਜਿਹੜਾ ਹੁਣ ਅਸੀਂ ਵੀ ਇਹਨੂੰ ਕਰ ਦਈਏ ਵੀ ਦਇਆਵਾਨ ਵਾਲੀ ਗੱਲ ਜਾਂ ਗੱਲ ਵੱਢ ਹੱਤਿਆ ਕਮਾਏ, ਇਹ ਤਾਂ ਉਦਾਹਰਨ ਆ ਸਮਾਜ ਦੇ ਅੰਦਰ ਜੋ ਚੱਲ ਰਿਹਾ। ਠੀਕ ਹੈ ਜੀ। ਹਾਂਜੀ। ਅਮਨਦੀਪ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਟੌਪਿਕ ਲੈ ਕੇ ਆਏ, ਕਿਉਂਕਿ ਮੈਂ ਜਦੋਂ ਦਾ ਜੰਮਿਆ ਆ ਤੇ ਮੈਂ ਉਦੋਂ ਦਾ ਇਹੀ ਚੀਜ਼ਾਂ ਸੁਣਦਾ ਆਉਣਾ ਆ। ਤੇ ਸਪੈਸ਼ਲੀ ਸਿੱਖ ਧਰਮ ਦੇ ਵਿੱਚ ਮੈਨੂੰ ਕਿਤੇ ਡਾਇਰੈਕਸ਼ਨ ਦਿਖੀ ਨਹੀਂ ਹੈ, ਕਿਉਂਕਿ ਜਿੱਧਰ ਵੀ ਜਾਓ ਗੁਰਦੁਆਰਿਆਂ 'ਚ ਵੀ ਲਿਖ ਕੇ ਲਾਇਆ, ਹਰੇਕ ਜਗ੍ਹਾ ਮਾਸ ਖਾਣ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਗਿਆ। ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਪੰਕਤੀਆਂ ਨੇ ਜਿਹੜੀਆਂ ਮੈਂ ਸੋਚਦਾ ਸੀ ਇਸ ਗੱਲ ਬਾਰੇ ਕਹਿੰਦੀਆਂ ਨੇ, ਪਰ ਇੱਕ ਸਾਇੰਸ ਦਾ ਸਟੂਡੈਂਟ ਹੋਣ ਦੇ ਨਾਤੇ ਇੱਕ ਗੱਲ ਮੈਨੂੰ ਕਲੀਅਰ ਸੀਗੀ ਕਿ ਹਿਊਮਨ ਬੀਇੰਗ ਚਾਹੇ ਜਿਹੋ ਜਿਹਾ ਮਰਜ਼ੀ, ਉਹਨੂੰ ਜਿਉਂਦੇ ਰਹਿਣ ਲਈ ਇੱਕ ਲਿਵਿੰਗ ਬੀਇੰਗ ਹੀ ਖਾਣੀ ਪੈਣੀ ਹੈ। ਚਾਹੇ ਉਹ ਪੱਤੇ ਨੇ ਚਾਹੇ ਮਾਸ ਹੈ, ਖਾਣਾ ਸਾਨੂੰ ਇੱਕ ਲਿਵਿੰਗ ਬੀਇੰਗ ਹੀ ਮਾਰ ਕੇ ਪੈਣਾ ਹੈ।
ਪਰ ਮੈਨੂੰ ਇਹ ਗੱਲ ਨਹੀਂ ਸਮਝ ਆਈ ਜਿੱਥੇ ਕਿ ਥਿੰਦ ਸਾਹਿਬ ਤੁਸੀਂ ਤੇ ਡਾਕਟਰ ਸਾਹਿਬ ਥੋੜੀ ਕਲੈਰਿਟੀ ਜੇ ਪੇਸ਼ ਕਰਦੇ ਹੋ ਤਾਂ ਕਿ ਇਹ ਜੇ ਖਾਣਾ ਹੀ ਹੈ ਤੇ ਇੱਕ ਲਿਵਿੰਗ ਬੀਇੰਗ ਹੀ ਖਾਣੀ ਹੈ ਮਾਰ ਕੇ, ਚਾਹੇ ਪੱਤੇ ਨੇ ਚਾਹੇ ਜਾਨਵਰ ਹੈ, ਤਾਂ ਹਲਾਲ ਤੇ ਝਟਕੇ ਦੇ ਕਨਸੈਪਟ ਦੇ ਵਿੱਚ ਕੀ ਫਰਕ ਰਹਿ ਗਿਆ? ਐਟ ਦੀ ਐਂਡ ਆਫ ਦ ਡੇ ਗਿਆ ਤਾਂ ਮਾਸ ਹੀ ਅੰਦਰ। ਆਪਾਂ ਪੁੱਛਦੇ ਜੀ ਡਾਕਟਰ ਸਾਹਿਬ ਨੂੰ। ਡਾਕਟਰ ਸਾਹਿਬ ਤੁਸੀਂ ਇਹਦੇ ਤੇ ਵੀ ਸਟੱਡੀ ਕੀਤਾ, ਮੈਂ ਪੜ੍ਹਿਆ ਹਾਂਜੀ, ਕਿ ਹਲਾਲ ਤੇ ਜਿਹੜਾ ਝਟਕਾ, ਇਹ ਦੇਖੋ ਇਹ ਧਾਰਮਿਕ ਧਰਮ ਦੀ ਛਾਪ ਆ। ਜਿਵੇਂ ਅਸੀਂ ਕਹਿੰਦੇ ਵੀ ਅੱਜ ਕਿਰਪਾਨ ਭੇਟ ਕਰਤੀ, ਹਾਲਾਂਕਿ ਵਾਲੇ ਲੋਕਾਂ ਨੂੰ 90% ਲੋਕਾਂ ਨੂੰ ਨਹੀਂ ਪਤਾ ਕਿਰਪਾਨ ਕਿਉਂ ਭੇਟ ਕਰਦੇ ਕੜਾਹ ਪ੍ਰਸ਼ਾਦ 'ਚ। ਕਿਉਂ ਕਰਦੇ ਜੀ? ਧਰਮ ਦੀ ਛਾਪ ਆ ਉਹ। ਅੱਛਾ, ਉਹ ਕੋਈ ਗੱਲ ਨਹੀਂ, ਕੋਈ ਪਿਛੋਕੜ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕਿਉਂ ਬਣ ਗਿਆ, ਪਾਣੀ ਬਾਗ ਕਿਉਂ ਵਾਰਿਆ ਜਾਂਦਾ, ਕਿਸੇ ਨੂੰ ਨਹੀਂ ਪਤਾ। ਇਹ ਦੇਖਾ ਬਾਹਲਾ ਤੇ ਸਾਡੀ ਰਸਮਾਂ ਇਸ ਤਰ੍ਹਾਂ ਬਣ ਗਈਆਂ, ਦੇਖਾ ਦੇਖੀ ਸਭ ਕਰੇ ਮਨ ਮਖਬੂਝ ਨਾ ਪਾਏ। ਅਸੀਂ ਦੇਖਾ ਦੇਖੀ ਸਭ ਕੁਝ ਕਰੀ ਜਾਂਦੇ ਹਾਂ ਤੇ ਅਸੀਂ ਨਾ ਪੁੱਛਣ ਦੀ ਕੋਸ਼ਿਸ਼ ਕਰਦੇ ਵੀ ਕਿਉਂ ਕਰਦੇ ਹੋ। ਤੇ ਇਸ ਤਰ੍ਹਾਂ ਹੀ ਜਿਹੜਾ ਹਲਾਲ ਹੈ ਨਾ, ਉਹ ਹਲਾਲ ਮਾਸ ਮੁਸਲਮਾਨ ਜਦੋਂ ਉਹਨੂੰ ਆਪਣੇ ਧਰਮ 'ਚ ਪ੍ਰਵੇਸ਼ ਕਰਾਉਂਦੇ ਸੀ ਲੋਕਾਂ ਨੂੰ, ਉਦੋਂ ਉਹਨੂੰ ਹਲਾਲ ਮਾਸ ਸਪੈਸ਼ਲੀ ਦਿੱਤਾ ਜਾਂਦਾ ਸੀ। ਜਿਵੇਂ ਬੱਚੇ ਨੂੰ ਅੱਜ ਗੁੜਤੀ ਦਿੱਤੀ ਜਾਂਦੀ ਹੈ, ਸਵਾਮੀ ਦਿਆਨੰਦ ਤਾਂ ਕਹਿੰਦਾ ਸੀ ਹਰ ਇੱਕ ਬੱਚੇ ਨੂੰ ਗੁੜਤੀ ਮਾਸ ਦੀ ਦੇਣੀ ਚਾਹੀਦੀ ਹੈ, ਆਰੇ ਸਮਾਜੀ ਮੋਢੀ। ਤੇ ਇਹ ਸਰਬ ਧਰਮ ਦੇ ਛਾਪ ਆ ਵੀ ਧਾਰਮਿਕ ਰੰਗਤ ਲੱਗੀ ਉਹ 'ਤੇ। ਮੇਰਾ ਖਿਆਲ ਆ ਉਹ ਸਾਇੰਸ ਦੇ ਸਟੂਡੈਂਟ ਤੌਰ 'ਤੇ ਜਾਣਨਾ ਚਾਹੁੰਦੇ ਆ ਕਿਉਂਕਿ ਬਲੱਡ ਡਰੇਨ ਹੋ ਜਾਂਦਾ ਪਹਿਲਾਂ। ਹਾਂ, ਉਹਦੇ ਬਾਰੇ ਵੀ ਤੁਸੀਂ ਲਿਖਿਆ। ਉਹਦੇ ਬਾਰੇ ਡਰੇਨ ਹੋ ਜਾਂਦਾ। ਇਹ ਮੈਨੂੰ ਮੈਂ ਇੱਕ ਪ੍ਰੋਫੈਸਰ ਹੈ, ਚਲੋ ਮੈਂ ਨਾਂ ਨਹੀਂ ਲੈਂਦਾ, ਉਹ ਕਹਿੰਦੇ ਵੀ ਪੂਰਨ ਸਿੰਘ ਮੈਂ ਤਾਂ ਉਹਨਾਂ ਦਾ ਲੈ ਕੇ ਆਉਂਦਾ ਹੁੰਦਾ ਸੀ ਹਲਾਲ। ਮੈਂ ਕਿਹਾ ਕਿਉਂ? ਕਹਿੰਦਾ ਬੜੀ ਸਫਾਈ ਸੀ ਉਹਨਾਂ ਦੀ, ਸਾਫ਼ ਹੁੰਦਾ। ਸਾਡੇ ਕਹਿੰਦੇ ਮੱਖੀਆਂ ਭਿਣਕਦੀਆਂ ਹੁੰਦੀਆਂ ਸੀ, ਟੰਗਿਆ ਹੁੰਦਾ ਸੀ, ਬੋਰੀ 'ਚ ਟੰਗੀ ਹੁੰਦੀ ਸੀ। ਤੇ ਉਹ ਇਹ ਜਿਹੜਾ ਫਰਕ ਨਹੀਂ ਪੈਂਦਾ, ਸਿਰਫ ਧਰਮ ਦੀ ਆ। ਸਾਡੇ ਅੰਦਰ ਜਿਹੜੇ ਸੰਸਕਾਰ ਬਣ ਜਾਂਦੇ ਨਾ, ਜਿਵੇਂ ਤੁਸੀਂ ਕਹੋ ਵੀ ਕਿਸੇ ਨੂੰ ਦਫਨਾ ਦਈਏ, ਹੁਣ ਜਦੋਂ ਮਜਬੂਰੀ ਲੜਾਈ 'ਚ ਹੁੰਦੀ ਹੈ ਉੱਥੇ ਦਫਨਾ ਦਿੰਦੇ ਸਾਰਿਆਂ ਨੂੰ। ਜੀ ਜੀ, ਠੀਕ ਹੈ ਨਾ। ਉਹਦੇ ਵਿੱਚ ਜਿਹੜਾ ਮੈਂ ਪਰਸਨਲ ਗੱਲ ਆਪਦੀ ਕਰਦਾ, ਮੇਰੀ ਮਾਂ ਕ੍ਰਿਸਚਨ ਸੀ। ਜਦੋਂ ਸਿੱਖ ਧਰਮ 'ਚ ਪ੍ਰਵੇਸ਼ ਕੀਤਾ, ਜਦੋਂ ਮਰਨ ਦੇ ਕਿਨਾਰੇ ਆਈ, ਛੋਟੇ ਸੀ ਜਦੋਂ ਵਰਗੀ 4-5 ਸਾਲ ਦੇ ਸੀ ਮੈਂ, ਉਹ ਕਹਿੰਦੇ ਮੈਨੂੰ ਸਾੜਿਓ ਨਾ। ਉਹ ਸੰਸਕਾਰ ਆ ਤੁਹਾਡੇ ਸਦੀਆਂ ਤੇ ਬਣੇ ਹੋਏ ਆ, ਮੈਨੂੰ ਦਫਨਾਇਓ। ਅਸੀਂ ਦਫਨਾਇਆ। ਇਹ ਇੱਕ ਤੁਹਾਡੇ ਮਾਨਸਿਕ ਤੌਰ 'ਤੇ ਤੁਹਾਡੇ ਅੰਦਰ ਵੜ ਜਾਂਦਾ। ਇਹ ਧਰਮਾਂ ਦੇ ਜੇ ਹੁਣ ਖਾ ਲੈਂਦੇ ਸਾਨੂੰ ਨਹੀਂ ਪਤਾ ਲੱਗਦਾ। 90% ਇੰਡੀਆ ਦੇ ਵਿੱਚ ਜਿੰਨੇ ਫਾਸਟ ਫੂਡਸ ਆ ਸਾਰਿਆਂ 'ਚ ਹਲਾਲ ਮਾਸ ਬਣਦਾ। ਬਹੁਤ ਹਿੰਦੂ ਨੇ ਕਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ, ਮੀਟ ਤਾਂ ਮੀਟ ਹੈ, ਮੀਟ ਮੀਟ ਹੀ ਹੈ। ਅੱਗੇ ਸਿੰਘ ਸਾਹਿਬ। ਹਾਂਜੀ, ਮਾਨਯੋਗ ਹੋਸਟ ਤੇ ਆਪ ਜੀ ਦੇ ਮਹਿਮਾਨ ਨੂੰ ਤੇ ਸਰੋਤਿਆਂ ਨੂੰ ਵੀ ਸਤਿਕਾਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਜਾਂ ਤੁਸੀਂ ਹੈਗੇ ਆ ਵਿਦਵਾਨ ਜਾਂ ਡਾਕਟਰ ਸਾਹਿਬ, ਮੈਨੂੰ ਪਤਾ ਨਹੀਂ, ਮੈਂ ਹੁਣੇ ਲਾਇਆ ਸੀ ਤੇ ਆਪ ਜੀ ਦੇ ਮੈਂ ਡਾਕਟਰ ਪੂਰਨ ਸਿੰਘ ਬਚਨ ਸੁਣ ਰਿਹਾ ਸੀਗਾ। ਡਾਕਟਰ ਸਾਹਿਬ, ਪਹਿਲਾਂ ਮੈਂ ਇੱਕ ਨਿਮਰਤਾ ਸਹਿਤ ਬੇਨਤੀ ਤੌਰ ਦੇ ਉੱਤੇ ਆਪ ਜੀ ਨੂੰ, ਤੁਸੀਂ ਆਸਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਉਸ ਨੂੰ ਜਾਂਚਿਆ, ਭਾਖਿਆ, ਪੜ੍ਹਿਆ, ਸੁਣਿਆ? ਹਾਂਜੀ, ਮੈਂ ਕਹਿ ਰਿਹਾ 2 ਕੁ ਵਾਰੀ ਮੈਂ ਆਪ ਸਹਿਜ ਪਾਠ ਕਰਕੇ ਅਰਥਾਂ ਸਮੇਤ ਕੀਤਾ। ਮੈਂ ਬੜੀ ਮਿਹਨਤ ਕੀਤੀ। ਆਇਆ ਤਾਂ ਕੈਨੇਡਾ 'ਚ ਆ ਕੇ ਮੈਂ ਸਾਰਾ ਪੜ੍ਹਿਆ, ਗ੍ਰਾਮਰ ਵੀ ਗੁਰਬਾਣੀ ਦੀ ਵੀ ਇੱਥੇ ਸਿੱਖੀ। ਤੇ ਮੈਂ ਸੰਥਿਆ ਵੀ ਦਿੰਦਾ ਰਿਹਾ, ਸੰਥਿਆ ਹੁਣ ਵੀ ਲੋੜ ਪਵੇ ਤੇ ਕਿਤੇ ਪਰਿਵਾਰਾਂ ਨੂੰ। ਤੇ ਗੁਰਬਾਣੀ ਮੈਂ ਪੜ੍ਹੀ ਹੈ। ਹੁਣ ਮੈਂ ਤਾਂ ਆਪ ਜੀ ਦੇ ਨਾਲ ਇਹ ਖਿਆਲਾਤ ਉਹਦੇ 'ਚ ਪੰਕਤੀਆਂ ਤੁਸੀਂ ਪੜ੍ਹ ਰਹੇ ਵੀ ਮਾਸ ਕਰ ਮੂਰਖ ਝਗੜੇ, ਗਿਆਨ ਤੇ ਨਹੀਂ ਜਾਣੇ। ਇਹਦੀ ਅਖੀਰਲੀ ਨਾਨਕ ਵਾਲੀ ਪੰਕਤੀ ਕੀ ਕਹਿੰਦੀ ਹੈ ਜੀ? ਉਹ ਮੈਨੂੰ ਜਰਾ ਆਪ ਜੀ ਦੇ ਮੁਖਾਰਬਨ ਤੋਂ ਸੁਣਿਓ। ਦੇਖੋ ਨਹੀਂ ਤੁਸੀਂ ਸੁਣ ਲਓ ਜੀ। ਹਾਂਜੀ, ਦੇਖੋ ਇਹ ਮਲਾਰ ਰਾਗ ਦੀ ਬਾਣੀ 'ਚ ਗੁਰੂ ਸਾਹਿਬ ਨੇ, ਮੈਂ ਇਹ ਨਾ ਤੁਸੀਂ ਜਿਵੇਂ ਕੋਈ ਇਮਤਿਹਾਨ ਇਹ ਨਾ ਲਵੇ ਤੁਸੀਂ ਇਹਦੇ ਨਾਲ ਵੀ ਕੋਈ ਪੰਕਤੀ ਲੈ ਕੇ ਜੇ ਪੰਕਤੀ ਨਾ ਬੋਲੇ। ਤੇ ਇਹ ਜਿਹੜੀ ਗੱਲ ਅਸੀਂ ਆਉਂਦੇ ਵੀ ਕੁਰਕਸ਼ੇਤਰ ਦੇ ਥਾਂ 'ਤੇ ਗੁਰੂ ਸਾਹਿਬ ਨੇ ਬਾਣੀ ਦਾ ਉਚਾਰੀ ਆ, ਜਦੋਂ ਇਹਨਾਂ ਨੇ ਹਿਰਨ ਦਾ ਮਾਸ ਰਿੰਨਿਆ ਤੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ। ਤੇ ਕਿਉਂਕਿ ਹਿੰਦੂ ਧਰਮ ਦੇ ਵਿੱਚ ਇੱਕ ਵਿਸ਼ਵਾਸ ਹੈ ਵੀ ਸੂਰਜ ਗ੍ਰਹਿਣ ਵਾਲੇ ਦਿਨ ਉਹ ਚੁੱਲ੍ਹੇ ਅੱਗ ਨਹੀਂ ਪਾਉਂਦੇ। ਤੇ ਗੁਰੂ ਸਾਹਿਬ ਨੇ ਜਿੱਥੇ ਵੀ ਕੀਤਾ, ਉਹਨਾਂ ਨੇ ਗੋਸ਼ਟੀਆਂ ਕੀਤੀਆਂ, ਇਹੋ ਜਿਹਾ ਉਹ ਕੰਮ ਕਰਦੇ ਸੀ। ਤੇ ਉਹ ਹੁਣ ਇਹੀ ਕਹਿੰਦੇ ਨੇ, ਉਹਦੇ ਪਾਂਡੇ ਦੀ ਗੱਲ ਕਹਿੰਦੇ ਆ, ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸ ਪੰਨਾ, ਤੋਇਓ ਅੰਨ ਕਮਾਦ ਕਪਾਹਾਂ ਤੋਇਓ ਤ੍ਰੈਪਨ ਗੰਨਾ।
ਤੋਏ ਆਖੇ ਉਹ ਤੋਏ ਜਿਹੜਾ ਪਾਣੀ ਦੇ ਜਿਹੜਾ ਆਪਾਂ ਕਹਿੰਦੇ ਆ ਨਾ, ਜਿਵੇਂ ਪਹਿਲਾ ਪਾਣੀ ਜੀਵ ਹੈ ਜੇ ਥਰਿਆ ਸਭ ਹੋਏ, ਇਹਦਾ ਇਹੀ ਆ ਵੀ ਉਹਨੂੰ ਤੁਸੀਂ ਵੀ ਮਾਸ ਨੂੰ ਕਿਉਂ ਨਫ਼ਰਤ ਕਰਦੇ ਹੋ? ਵੀ ਤੈਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੋਂ ਪੈਦਾ ਹੁੰਦਾ ਇਹ ਪਾਣੀ ਤੋਂ। ਹਾਂਜੀ ਸਿੰਘ ਸਾਹਿਬ। ਹੈਲੋ, ਹਾਂਜੀ, ਨਹੀਂ ਮੇਰੀ ਗੱਲ ਮੈਂ ਅੱਛਾ, ਇੱਕ ਪੰਕਤੀ ਉਹਦੀ ਲੱਭ ਕੁੱਤਾ ਕੁਚੂੜਾ ਦੇ ਇੱਥੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਇਹ ਰਸ ਵਾ। ਹਾਂ, ਹੁਣ ਇਹਦੇ ਰਸ ਬਾਰੇ, ਰਸਾਂ ਬਾਰੇ ਤੁਸੀਂ ਚਲੋ ਆਪਾਂ ਸਿੰਘ ਸਾਹਿਬ, ਤੁਸੀਂ ਇਹਦੇ ਨਾਲ ਸਹਿਮਤ ਹੋ ਜਿਹੜਾ ਵੀ ਧਰਮ ਦੇ ਨਾਲ ਮੀਟ ਖਾਣ ਦਾ ਸੰਬੰਧ ਹੈਗਾ ਜਾਂ ਨਹੀਂ? ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪੋ ਆਪਣੇ ਵਿਲੱਖਣਤਾ ਦੇ ਨਾਲ ਜਿਹੜਾ ਪੜ੍ਹਦਾ, ਸੋਚਦਾ, ਵਿਚਾਰਦਾ ਵਾ, ਉਹਦੇ ਵਿੱਚ ਮੈਨੂੰ 2-3 ਸ਼ਬਦ ਹੈਗੇ ਮੇਰੇ ਕੋਲ ਇਸ ਲਈ ਯਾਦ ਨੇ ਕਿ ਮੈਂ ਬਹੁਤ ਇਹਦੇ ਤੇ ਸਟੱਡੀ ਕੀਤੀ ਆ। ਮੈਂ ਆਪ ਜੀ ਨੂੰ ਹੁਣ ਏਅਰ ਦੇ ਤੇ ਦੱਸਦਾ, ਮੈਂ ਘੱਟੋ ਘੱਟ 25 ਸਹਿਜ ਪਾਠ ਕੀਤੇ ਆ ਸਮਝਣ ਵਾਸਤੇ, ਇੱਕ ਅਰਥਾਂ ਸਮੇਤ ਮੈਂ ਸਮਝਣ ਵਾਸਤੇ ਵੀ ਮਾਸ ਦਾ ਜਿਹੜਾ ਕਨਸੈਪਟ ਵਾ ਇਹ ਸਾਨੂੰ ਵਰਜਿਤ ਵਾ ਕਿ ਨਹੀਂ ਵਰਜਿਤ। ਜਿੱਦਾਂ ਡਾਕਟਰ ਸਾਹਿਬ ਲੰਗਰਾਂ ਵਾਲੀ ਗੱਲ ਕਰ ਰਹੇ ਆ, ਮੈਂ ਸਹਿਮਤ ਨਹੀਂ ਇਹਨਾਂ ਦੀ ਆਪਣੀ ਗੱਲ। ਮੈਂ ਸੋਚੋ ਸਟੱਡੀ ਇਹ ਕੱਢੀ ਆ ਕਿ ਮਾਸ ਇੱਕ ਰਸ ਵਾ, ਰਸ ਸੋਨਾ ਰਸ ਰੂਪਾ। ਆ ਜਿਹੜਾ ਸ਼ਬਦ ਪੜ੍ਹਦੇ ਨਾ ਵੀ ਮਾਸ ਮੂਰਖ ਝੜੇ, ਇਹਦੀ ਨਾਨਕ ਵਾਲੀ ਪੰਕਤੀ ਆ ਕਿ ਵੀ ਨਹੀਂ, ਤੁਹਾਡਾ ਵਿਸ਼ਵਾਸ ਕੀ ਹੈ ਵੀ ਮੀਟ ਖਾਣਾ ਪਾਪ ਹੈ, ਸਿੱਖ ਧਰਮ ਦੇ ਅਨੁਕੂਲ ਨਹੀਂ ਹੈ ਜਾਂ ਹੈ? ਗੁਰੂ ਸਾਹਿਬ ਨੇ ਕਿਹਾ ਕਿ ਇੱਕ ਨਾ 36 ਅੰਮ੍ਰਿਤ ਪਾਏ, ਇੱਕ ਤਰਨ ਖਾਏ, ਇੱਕ ਨਾ 36 ਅੰਮ੍ਰਿਤ ਪਾਏ। ਇੱਕ ਸ਼ਬਦ ਵਾ, ਮੈਂ ਇਹਨੂੰ ਸ਼ਾਦਾ ਨਹੀਂ ਪੜੂ, ਉਹਦੇ ਵਿੱਚ ਸਾਡੇ ਲਈ 36 ਅੰਮ੍ਰਿਤ ਦਿੱਤੇ ਆ। ਤਰਨ ਘਾਹ ਵਾਲਿਆਂ ਨੂੰ ਘਾਹ ਦਿੱਤਾ, ਮਾਸਾਹਾਰੀਆਂ ਨੂੰ ਮਾਸ ਦਿੱਤਾ। ਇਸ ਕਰਕੇ ਮੈਂ ਇਹ ਚੀਜ਼ ਨਾਲ ਸਹਿਮਤ ਨਹੀਂ ਜਿਹੜੇ ਡਾਕਟਰ ਸਾਹਿਬ ਆਪਣੀ ਵਿਲੱਖਣਤਾ ਜਾਂ ਆਪਣਾ ਸੁਭਾਅ ਜਾਂ ਆਪਣੀ ਵਿਦਵਤਾ ਕਰ ਰਹੇ ਆ, ਮੈਂ ਬਿਲਕੁਲ ਇਹਦੇ ਆਪੋਜੀਟ ਅੰਗੇਸਟ ਵਾ। ਇਹ ਪਰ ਤੁਸੀਂ ਸਿੰਘ ਸਾਹਿਬ ਇਹ ਜਾਣਦੇ ਹੋ ਕਿ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਕਿਹਾ ਕਿ ਝਟਕਾ ਸਿੱਖ ਖਾ ਸਕਦੇ ਆ? ਭਾਈ ਸਾਹਿਬ ਜੀ, ਅਕਾਲ ਤਖਤ ਦਾ ਜਥੇਦਾਰ ਇਨਸਾਨ ਵਾ ਨਾ, ਰੱਬ ਤਾਂ ਨਹੀਂ ਨਾ, ਕੋਈ ਉਹਨੂੰ ਅਕਾਮੀ ਬਣੀ ਤਾਂ ਨਹੀਂ ਆਈ ਹੋਈ। ਇਸ ਕਰਕੇ ਅਕਾਲ ਤਖਤ ਦੇ ਜਥੇਦਾਰ ਨੂੰ ਤੁਹਾਨੂੰ ਪਤਾ ਹੀ ਕਿੱਦਾਂ ਦੇ, ਮੈਂ ਉੱਥੇ ਕਿੰਤੂ ਪਰੰਤੂ ਨਹੀਂ ਕਰਦਾ, ਸਤਿਕਾਰਯੋਗ ਸਿੰਘ ਸਾਹਿਬ ਦੀ ਪਦਵੀ, ਪਰ ਉੱਥੇ ਜਿਹੜੇ ਹੈਗੇ ਖਰੈਤੀ ਤੇ ਜਾਂ ਜਿਹੜੇ ਕਰਿੰਦੇ ਚਲੋ ਠੀਕ ਆ, ਆਪਾਂ ਉਹਨਾਂ ਨੂੰ ਨਾ ਨਿੰਦੀਏ, ਪਰ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ ਫॉर ਯੂਰ ਓਪੀਨੀਅਨ। ਉਹ ਤੁਹਾਡੇ ਨਾਲ ਸਹਿਮਤ ਨਹੀਂ ਹਨ ਜੀ। ਬਹੁਤ ਚੰਗੀ ਗੱਲ ਆ ਇਹ, ਆਪਾਂ ਤੇ ਅੰਗਰੇਜ਼ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸੰਤ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਸੰਤ ਸਾਹਿਬ, ਮੇਰੀ ਪਰਸਨਲ ਸੋਚ ਤਾਂ ਜੇ ਮੇਰਾ ਧਰਮ ਦਾ ਵੈਸੇ ਇਨਸਾਨੀਅਤ ਆ, ਪਰ ਫੈਮਿਲੀ ਦੇ ਅਕੋਰਡਿੰਗ ਮੈਂ ਕਹਿ ਦਿੰਦਾ ਵੀ ਚਲੋ ਮੇਰਾ ਸਿੱਖ ਧਰਮ ਆ ਜੀ। ਮੇਰੇ ਹਿਸਾਬ ਨਾਲ ਤਾਂ ਮਾਸ ਖਾਣ ਨਾਲ ਕੋਈ ਭ੍ਰਸ਼ਟ ਨਹੀਂ ਹੁੰਦਾ ਹੈਗਾ, ਜਦ ਕਿ ਨਸ਼ੇ ਨਾਲ ਜ਼ਰੂਰ ਭ੍ਰਸ਼ਟ ਹੁੰਦਾ, ਚਾਹੇ ਛੋਟਾ ਨਸ਼ਾ ਕਰ ਲਓ ਚਾਹੇ ਵੱਡਾ ਕਰ ਲਓ, ਤੁਹਾਡੀ ਬੁੱਧੀ ਭ੍ਰਸ਼ਟ ਹੁੰਦੀ ਹੈ ਜੀ। ਧਰਮ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ। ਇਹੀ ਤਾਂ ਪ੍ਰੋਬਲਮ, ਅਸੀਂ ਲਾਗੇ ਹੁਣੀ ਝੜਨਾ, ਅੱਜ ਉਹਦੇ ਵਿੱਚ ਹੀ ਝਗੜਨ ਲੱਗੇ ਸੀ, ਬਾਹਰ ਤਾਂ ਝਗੜਨਾ ਸੌਖੀ ਹੈ ਜੀ ਸਾਨੂੰ। ਮੇਰੀ ਸੋਚ ਇਹ ਹੈ ਵੀ ਮੈਂ ਤਾਂ ਇਨਸਾਨੀਅਤ ਧਰਮ ਆ ਤੇ ਮੇਰੇ ਲਈ ਇਹ ਵੱਡੀ ਚੀਜ਼ ਨਹੀਂ ਹੈਗੀ। ਮੈਂ ਧਰਮ ਨੂੰ ਮੰਨਦਾ, ਇਹ ਵੀ ਨਹੀਂ ਪਤਾ ਇਨਸਾਨੀਅਤ ਧਰਮ ਨੂੰ ਮੰਨਦਾ। ਹੁਣ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿਹੜੇ ਧਰਮ ਨੂੰ ਮੰਨਦਾ ਜੀ, ਮੈਂ ਮੇਰੇ ਇੰਨੇ ਕੀ ਵਿਚਾਰ ਸੀਗੇ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਸੀ ਬਈ ਜਿਹੜੇ ਵਹਿਮ ਭਰਮ ਚੱਲੇ ਹੋਏ ਨੇ, ਜਾਂ ਖਾਸ ਤੌਰ ਦੇ ਉੱਤੇ ਕਈ ਲੋਕ ਇਹ ਸਮਝਦੇ ਆ ਕਿ ਮਾਸ ਖਾਣਾ ਜਾਂ ਨਾ ਖਾਣਾ ਇਹ ਬੇਲੋੜਾ ਵਿਸ਼ਾ, ਇਸ ਵਿਸ਼ੇ ਤੇ ਗੱਲ ਨਹੀਂ ਹੋਣੀ ਚਾਹੀਦੀ। ਹਾਂਜੀ, ਹੈ ਹੀ ਬੇਲੋੜਾ ਵਿਸ਼ਾ ਹੈ। ਪਰ ਗੱਲ ਤਾਂ ਚੱਲਣੀ ਆ ਅੱਜ ਵੀ। ਇਹ ਕੋਈ ਆਪਣੀ ਇਹ ਨਹੀਂ ਕਿ ਸਾਡੀ ਕੋਈ ਆਰਗੂਮੈਂਟ ਚੱਲ ਰਹੀ ਹੈ, ਆਪਾਂ ਤਾਂ ਇਹਨੂੰ ਇਹ 'ਤੇ ਗੱਲਬਾਤ ਕਰ ਰਹੇ ਹਾਂ, ਵਿਚਾਰ ਚਰਚਾ ਚੱਲ ਰਹੀ ਹੈ ਕਿ ਇਹ ਵਿਚਾਰ ਕਾਫੀ ਦੇਰ ਤੋਂ ਰੁਕੀ ਹੋਈ ਹੈ। ਦਰਅਸਲ ਕਾਫੀ ਸਮੇਂ ਤੋਂ ਕਈ ਲੋਕ ਕਹਿੰਦੇ ਸੀ ਵੀ ਇਹ ਡਿਸਕਸ ਹੋਣੀ ਚਾਹੀਦੀ ਹੈ। ਤੁਸੀਂ ਸਮਝਦੇ ਹੋ ਵੀ ਇਹ ਬੇਲੋੜਾ ਵਿਸ਼ਾ? ਦੇਖੋ, ਮੇਰਾ ਕਨਕਲੂਜ਼ਨ ਇਹ ਆ, ਇਹ ਮਾਸ ਖਾਣਾ ਨਹੀਂ ਖਾਣਾ ਇਹ ਧਰਮ ਦਾ ਅੰਗ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਤਾਂ ਹੀ ਗੱਲ ਆਖੀ ਹੈ। ਨਹੀਂ, ਗੁਰੂ ਸਾਹਿਬ ਨੂੰ ਕੀ ਕਹਿੰਦੀ ਲੋੜ ਸੀ? ਮਾਸ ਕਰ ਮੂਰਖ ਝਗੜੇ, ਗਿਆਨ ਤਾਂ ਨਹੀਂ ਜਾਣੇ। ਅਸੀਂ ਜਿਹਦੇ ਵੀ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਉਹ ਤਾਂ ਕਹਿੰਦੇ ਮੂਰਖ ਆ। ਇਹ ਤੁਹਾਡੇ ਹਰ ਇੱਕ ਵਿਅਕਤੀ ਦਾ ਨਿੱਜੀ ਆ, ਉਹ ਖਾਵੇ ਨਾ ਖਾਵੇ, ਉਹਦੇ ਨਾਲ ਅਸੀਂ ਕਸਵੱਟੀ ਨਹੀਂ। ਅੱਜ ਅਸੀਂ ਕਹਿੰਦੇ ਹਾਂ ਗੋਰਿਆਂ ਨੂੰ ਤਾਂ ਜੱਫੀ ਪਾਉਂਦੇ ਅਸੀਂ ਦੋਸਤ ਮਿੱਤਰ, ਕਈ ਸਾਡੇ ਹੁੰਦਾ ਜੀ ਇਹ ਮਾਸ ਖਾਂਦਾ ਭਾਂਡੇ ਚੱਕ ਲੈਂਦੇ ਨੇ। ਅਜੇ ਵੀ ਘਰ 'ਚ ਬੀਬੀਆਂ ਜੇ ਕੋਈ ਮਾਸ ਬਣਦਾ ਉਹ ਭਾਂਡੇ ਨਹੀਂ ਧੋਂਦੀਆਂ, ਬਣਾਉਂਦੀਆਂ ਵੀ ਨਹੀਂ। ਪਿੰਡਾਂ 'ਚ ਵੀ ਸੀਗਾ, ਬਖੂਹ ਤੇ ਮੋਟਰ ਤੇ ਆਪਣੇ ਮਾਸ ਬਣਾ ਕੇ ਲੈ ਜਾਂਦੇ ਸੀ। ਜੀ ਜੀ ਜੀ, ਉਹ ਇੱਕ ਵਹਿਮ ਸੀ ਉਹਨਾਂ 'ਚ। ਉਹ ਦੁੱਧ ਬਾਰੇ ਨਹੀਂ ਸੀ ਪਤਾ ਲੋਕਾਂ ਨੂੰ ਵੀ ਦੁੱਧ ਵੀ ਮਾਸ ਹੀ ਆ। ਦਹੀਂ ਵੀ ਖਾਂਦੇ ਅਸੀਂ, ਜੀਵਤ ਆ, ਕਿੰਨੇ ਕੀਟਾਣੂ ਆ। ਜਿਆਦਾ ਜੈਨੀ ਬਣ ਜੇ ਉਹਨਾਂ ਨੂੰ ਐਂ ਰੱਖੋ ਮਾਸ ਕੇ ਮੂੰਹ ਤੇ ਵੀ ਹਵਾ ਨਾ ਉਹ ਜੀਵ ਨਾ ਮਰ ਜਾਣ। ਤੇ ਜੇ ਗੁਰੂ ਸਾਹਿਬ ਦੇ ਕਹਿੰਦੇ ਨੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ,
ਇਹ ਕੌਣ ਫੈਸਲਾ ਕਰਨ ਵਾਲਾ? ਜਿਵੇਂ ਗੁਰਬਾਣੀ ਉਹ ਕਹਿੰਦਾ ਭਾਈ ਮੈਂ ਇੰਨੀ ਵਾਰ ਪੜ੍ਹੀ ਸਹਿਜ ਪਾਠ, ਪੜ੍ਹਿਆ ਹੋਣਾ ਜ਼ਰੂਰ ਉਹਨਾਂ ਨੇ ਕਾਫੀ। ਉਹ ਕੋਈ ਕਿੰਤੂ ਪਰੰਤੂ ਨਹੀਂ, ਪਰ ਅਸੀਂ ਜਿਹੜੀ ਅੰਡਰਸਟੈਂਡਿੰਗ ਹੈ, ਗ੍ਰਾਸਪਿੰਗ ਆ, ਉਹ ਕਿੱਥੋਂ ਕੁ ਤੱਕ ਲੈਣੀ ਆ। ਠੀਕ ਨੇ। ਹੁਣ ਤੁਸੀਂ ਆਹ 1937 ਚ ਝਟਕਾ ਕਾਨਫਰੰਸ ਹੋਈ ਹੈ, ਬਹੁਤ ਲੋਕ ਹੱਸਣਗੇ ਵੀ ਸਿੱਖਾਂ ਨੇ ਕਾਨਫਰੰਸ ਕੀਤੀ, ਝਟਕਾ ਕਾਨਫਰੰਸ। ਹਾਲਾਂਕਿ ਉਹ ਵਿਚਾਰਾ ਗਰੀਬ ਜ਼ਿਮੀਂਦਾਰ ਸੀ, ਖੇਤੀਬਾੜੀ ਵਾਲਾ ਮੁਜ਼ਾਹਰਾ ਸੀ। ਇੱਕ ਮੁਸਲਮਾਨ ਜ਼ਿਮੀਂਦਾਰ ਦੇ ਉਹਨੇ ਫਾਰਮ 'ਚ ਕੰਮ ਕਰਦਿਆਂ ਮੁਰਗੀ ਝਟਕਾ ਦੀ, ਮੁਰਗੀ ਝਟਕਾਉਣ ਅੱਗੇ ਉਹਦਾ ਗਰਦਨ ਬਰੋੜ ਦੀ ਝਟਕ, ਤੇ ਉਹ ਕਲੇਸ਼ ਪੈ ਗਿਆ। ਕਰਤਾਰ ਸਿੰਘ ਝੱਬਰ ਦੀ ਗੱਲ ਕਰ, ਕਰਤਾਰ ਸਿੰਘ ਝੱਬਰ। ਦੇਖੋ ਇਹ ਅੱਜ ਸਾਰੇ ਸਮੁੱਚੇ ਪੰਜਾਬ 'ਚ ਹੀ ਗੱਲ ਚੱਲੀ ਹੈ, ਜੇ ਝਟਕਾ ਕਾਨਫਰੰਸ ਕੀਤੀ ਹੈ। ਅਖੀਰ ਨੂੰ ਮੰਨ ਗਏ ਉਹ ਮੁਸਲਮਾਨ ਇੰਨੇ ਕੱਟੜ ਸੀ, ਉਹ ਆਪਦੇ ਇਲਾਕੇ 'ਚ ਕਿਸੇ ਨੂੰ ਝਟਕਾ ਨਹੀਂ ਸੀ ਕਰਨ ਦਿੰਦੇ। ਇਹ ਕਪੂਰ ਸਿੰਘ ਦੀ ਜੀਵਨੀ 'ਚ ਮੈਂ ਪੜ੍ਹਿਆ ICS ਤੇ, ਉਹ ਵੀ ਡਿਪਟੀ ਕਮਿਸ਼ਨਰ ਸੀ, ਉਹਨੇ ਬਹੁਤ ਬੰਦੇ ਮੁਸਲਮਾਨ ਕਟਾਏ, ਪਠਾਨ ਵੀ ਕਟਾਏ ਉਹਨੇ। ਫਿਰ ਉਹ ਝਟਕਾ ਨਹੀਂ ਸੀ ਕਰਨ ਦਿੰਦੇ ਸਿੱਖਾਂ ਨੂੰ, ਸਿੱਖ ਝਟਕਾ ਖਾਂਦੇ ਸੀਗੇ। ਆਹ ਜਿਹੜੀ ਇਹ ਧਰਮਾਂ ਦੀ ਹੈ ਨਾ, ਇਹ ਜਦਬਾਜੀ ਆ, ਇੱਕ ਦੂਜੇ ਤੇ ਠੋਸਣਾ, ਠੋਸੋ ਨਾ। ਕੋਈ ਮਾਸ ਖਾਵੇ, ਕੋਈ ਦੁੱਧ ਪੀਵੇ, ਜਿਵੇਂ ਅੱਜ ਹੋ ਰਿਹਾ ਹਿੰਦੁਸਤਾਨ 'ਚ। ਅਸੀਂ ਵਿਸਤਾਰ 'ਚ ਨਹੀਂ ਜਾ ਸਕਦੇ, ਠੋਸਿਆ ਜਾ ਰਿਹਾ। ਠੋਸਿਆ ਨਹੀਂ ਜਾਣਾ ਚਾਹੀਦਾ, ਠੋਸਿਆ ਨਹੀਂ ਜਾਣਾ ਚਾਹੀਦਾ। ਹੁਣ ਕਪੂਰ ਫੈਮਿਲੀ ਉਹ ਕਹਿੰਦੇ ਅਸੀਂ ਗਊ ਖਾਂਦੇ ਸੀ। ਜਿਹਨੇ ਐਕਟਰ ਬੜੇ ਮਸ਼ਹੂਰ ਸੀ, ਦੇਖੋ ਕਰਨਾਟਕਾ 'ਚ ਗਊ ਮਾਸ ਖਾਧਾ ਜਾਂਦਾ। ਠੀਕ ਨੇ। ਹੁਣ ਭਾਰਤ ਦੇ ਕਈ ਹਿੱਸਿਆਂ 'ਚ ਮੇਰਾ ਖਿਆਲ ਗਊ ਮਾਸ ਖਾਧਾ ਜਾਂਦਾ। ਦੇਖੋ ਬਨਾਰਸ ਦੇ ਇਲਾਕੇ 'ਚੋਂ ਮੈਡੀਕਲ ਡਾਕਟਰ ਸੀ, ਜਿਹਨੇ ਮੈਨੂੰ ਫੋਨ ਕੀਤਾ ਉਹਨੇ ਵੈਬੀਨਾਰ ਤੇ, ਉਹ ਕਹਿੰਦਾ ਉੱਥੇ ਖਾਂਦੇ ਆ, ਮੱਝਾਂ ਦਾ ਉਹ ਬਲੀ ਦਿੰਦੇ ਨੇ। ਅੱਛਾ, ਤੁਸੀਂ ਨਾਲ ਦੀ ਨਾਲ ਗੁਰਸਿੱਖ ਹੋ, ਧਾਰਮਿਕ ਵਿਅਕਤੀ ਹੋ, ਸਾਰੀ ਜ਼ਿੰਦਗੀ ਤੁਸੀਂ ਸਿੱਖ ਧਰਮ ਦੇ ਵਿੱਚ ਗੁਜ਼ਾਰੀ ਆ। ਹੁਣ ਤੁਸੀਂ ਸਮੁੱਚੇ ਤੌਰ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਇਹਦੇ 'ਚੋਂ, ਇਸ ਡਿਸਕਸ਼ਨ ਦੇ ਵਿੱਚੋਂ ਬੈਲੈਂਸ ਸੁਨੇਹਾ ਕੀ ਨਿਕਲਦਾ ਕਿ ਜਿਹੜਾ ਸਾਇੰਟੀਫਿਕ ਵੀ ਹੋਵੇ ਤੇ ਉਸ ਦੇ ਵਿੱਚ ਸੱਚਾਈ ਵੀ ਹੋਵੇ? ਦੇਖੋ, ਮੈਂ ਹੰਡਾਇਆ ਬਹੁਤ ਕੱਟੜ ਲੋਕਾਂ ਨਾਲ ਮੈਂ ਰਿਹਾ। ਤੁਸੀਂ ਵੀ ਮੀਟ ਨਹੀਂ ਸੀ ਖਾਂਦੇ? ਨਹੀਂ, ਨਾ ਅੰਡਾ ਨਾ ਮੀਟ। ਅਸੀਂ ਕੁੱਕੀਜ਼, ਜਿਹੜੀ ਬਿਸਕੁਟਸ ਵੀ ਨਾ, ਉਹ ਵੀ ਇਨਗਰੀਡੀਐਂਟਸ ਬਹੁਤ ਬੁਰੀ ਤਰ੍ਹਾਂ ਪੜ੍ਹਨੀ ਆ। ਕਈ ਲੋਕਾਂ ਨੇ ਸਾਨੂੰ ਅਸੀਂ ਵੀ ਅੱਜ ਵੀ ਹੋ ਰਿਹਾ, ਨਹੀਂ ਜੀ ਤੁਸੀਂ ਹੱਥ ਨਹੀਂ ਲਾਉਣਾ ਸੀ, ਤੁਸੀਂ ਅੰਮ੍ਰਿਤਧਾਰੀ ਹੋ। ਕਈ ਲੋਕਾਂ ਨੂੰ ਸ਼ੌਕ ਲੱਗੂਗਾ, ਜਿਵੇਂ ਪੂਰਨ ਸਿੰਘ, ਕੋਈ ਮੇਰੀ ਪਰਸਨੈਲਿਟੀ ਇਸ ਤਰ੍ਹਾਂ ਡਿਵੈਲਪ ਹੋ ਗਈ ਸੀ ਵੀ ਆਹ ਮਾਸ ਦੀ ਗੱਲ ਕਰਦਾ। ਮੈਂ ਕਹਿੰਦਾ ਮੈਨੂੰ ਅਗਲੀ ਹੋਣ ਆਈ ਹੈ। ਅੱਛਾ ਜੀ। ਜੇ ਜਿੰਨਾ ਤੋਂ ਤੁਸੀਂ ਕਹਿੰਦੇ ਗੁਰਬਾਣੀ, ਜੇ ਮੈਂ ਬਹੁਤ ਅਖੰਡ ਪਾਠੀ ਸੀਗਾ, ਲੋਕਾਂ ਦੇ ਰੌਲਾ ਲਾਉਣੀਆਂ, ਲੋਕ ਸਪੈਸ਼ਲੀ ਲਵਾਉਂਦੇ ਮੇਰੇ ਤੋਂ ਸੀ ਭੋਗ ਪਾਉਣ ਵੇਲੇ। ਤੇ ਹੁਣ ਤੁਸੀਂ ਜੇ ਉਹਨੂੰ ਗੁਰਬਾਣੀ 'ਚ ਦੇਖੋਗੇ ਵੀ ਮਲਾਰ ਰਾਗ ਦੀ ਬਾਣੀ ਹੈ। ਮੈਂ ਹੁਣ ਵੀ ਕਹਿੰਦਾ, ਜੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਮੰਨੋ। ਬਿਲਕੁਲ, ਇਹ ਝਗੜੇ 'ਚ ਨਾ ਪਾਓ। ਇਹ ਹਰ ਇੱਕ ਵਿਅਕਤੀ ਦਾ ਨਿਰਭਰ ਕਰਦਾ। ਬਾਕੀ ਜੇ ਤੁਹਾਨੂੰ ਖੁਰਾਕ ਆ ਕਿੰਨੀ ਹਜ਼ਮ ਹੁੰਦੀ, ਮੈਂ ਕਣਕ ਨਹੀਂ ਖਾ ਸਕਦਾ, ਮੈਂ ਦੁੱਧ ਨਹੀਂ ਪੀ ਸਕਦਾ, ਐਲਰਜੀ ਕਈਆਂ ਨੂੰ ਐਲਰਜੀ ਹੈ। ਤੇ ਮੇਰੇ ਬੱਚਿਆਂ ਦੀ ਐਵੇਂ ਹੀ ਆ। ਤੇ ਅੱਜ ਵੀ ਸੁਣਦਾ ਸੀ ਵੀ ਕਣਕ ਸਭ ਤੋਂ ਭੈੜੀ ਚੀਜ਼ ਆ, ਕਣਕ ਨਾ ਖਾਓ, ਦੁੱਧ ਨਾ ਪੀਓ ਜੇ ਆਰਥਰਾਈਟਿਸ ਤੁਹਾਨੂੰ। ਤੇ ਇਸ ਤਰ੍ਹਾਂ ਇਹ ਮਾਸ ਆ, ਕਿਸੇ ਨੂੰ ਹਜ਼ਮ ਹੁੰਦਾ, ਕਿਸੇ ਨੂੰ ਨਹੀਂ ਹੁੰਦਾ। ਠੀਕ ਹੈ। ਤੇ ਇਹਦੇ ਵਿੱਚ ਇਹ ਨਾ ਕਰੋ ਵੀ ਗਊ ਨਹੀਂ ਖਾਂਦਾ, ਵੀ ਗਊ ਪਵਿੱਤਰ ਆ। ਇਹ ਪ੍ਰੂਵ ਕਰ ਦਿੱਤਾ ਵੀ ਗਊ ਪਵਿੱਤਰ ਨਹੀਂ, ਇਹ ਮਿੱਥ ਸੀਗੀ। ਠੀਕ ਹੈ, ਮਿੱਥ ਸੀ ਇਹ। ਜੇ ਅੱਜ ਧੱਕੇ ਨਾਲ ਪਬਲੀਕੇਸ਼ਨ ਨਹੀਂ ਹੋਣ ਦਿੱਤੀ ਸੀ, ਬਾਅਦ 'ਚ ਤਾਂ ਛਪ ਗਈਆਂ ਕਿਤਾਬਾਂ। ਡਾਕਟਰ ਝਾਅ ਸੀ ਉਹਨੇ ਪਹਿਲੀ ਵਾਰੀ ਨਿਊਯਾਰਕ ਤੋਂ ਕਿਤਾਬ ਛਾਪੀ ਆਪਦੀ, ਇੰਡੀਆ 'ਚ ਕਿਤਾਬ ਨਹੀਂ ਛਪਣ ਦਿੱਤੀ ਉਹਦੀ। ਉਹ ਕਹਿੰਦਾ ਇਹ ਗਲਤ ਆ, ਮਿੱਥ ਆ, ਇਹ ਗਊ ਕੋਈ ਪਵਿੱਤਰ ਨਹੀਂ। ਹੁਣ ਅਸ਼ੋਕ ਦੇ ਜਿਹੜੇ ਆਪਣੇ ਸਤੰਭ ਹੈਗੇ, ਸਾਰਿਆਂ ਦੇ ਪ੍ਰੂਫ ਹੁੰਦਾ ਵੀ ਗਊ ਕਿਤੇ ਵੀ ਪਵਿੱਤਰ ਨਹੀਂ ਸੀ। ਇਹਨੂੰ ਬਣਾਇਆ ਗਿਆ, ਇਹਨੂੰ ਰਾਜਨੀਤਿਕ ਰੰਗ ਦਿੱਤਾ ਗਿਆ। ਤੇ ਸਿੱਖ ਧਰਮ ਦੀ ਗੱਲ ਇਹੀ ਆ ਵੀ ਗੁਰੂ ਸਾਹਿਬ ਜੇ ਗੁਰਬਾਣੀ, ਗੁਰਮਤ ਦਾ ਕੋਈ ਅੰਗ ਨਹੀਂ। ਖਾਣਾ ਹਰ ਇੱਕ ਦੇ ਵੱਖਰੀ ਗੱਲ ਆ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜ਼ਕ ਸਮਾਹੇ, ਗੁਰਬਾਣੀ ਦਾ ਪ੍ਰਮਾਣ ਆ ਇਹ। ਤੇ ਬਾਕੀ ਡਾਇਟੀਸ਼ਨ ਨੂੰ ਪਤਾ ਤੁਸੀਂ ਕੀ ਖਾਣਾ ਨਹੀਂ ਖਾਣਾ, ਸਾਨੂੰ ਉਹ ਦੱਸੂਗਾ। ਠੀਕ ਹੈ ਡਾਕਟਰ ਪੂਰਨ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਔਰ ਇਹ ਪੁਸਤਕ ਤੁਹਾਡੀ ਵਾਕਈ ਪੜ੍ਹਨ ਵਾਲੀ ਆ। ਜਿਹੜੇ ਲੋਕ ਡਾਕਟਰ ਸਾਹਿਬ ਨਾਲ ਸਹਿਮਤ ਨੇ, ਉਹ ਵੀ ਜਿਹੜੇ ਨਹੀਂ ਵੀ ਸਹਿਮਤ, ਇਹ ਪੁਸਤਕ ਜ਼ਰੂਰ, ਮੇਰਾ ਖਿਆਲ ਆ ਛੋਟੀ ਜਿਹੀ ਪੁਸਤਕ ਆ, ਬਹੁਤੀ ਵੱਡੀ ਨਹੀਂ। ਮੇਰਾ ਖਿਆਲ ਆ ਇਹ 120 ਪੇਜਸ ਦੀ ਆ। ਤੇ ਇਹਦੀ ਕੀਮਤ ਵੀ ਉਹਨਾਂ ਨੇ ਜ਼ਿਆਦਾ ਨਹੀਂ ਰੱਖੀ ਹੋਈ।
ਤਾਂ ਕਿ ਆਮ ਲੋਕਾਂ ਅਸੀਂ ਤੱਕ $6 ਦੀ ਵੇਚੀ ਹੈ। ਠੀਕ ਆ, ਜਿਹੜੇ ਸਟੋਰ ਵਾਲਿਆਂ ਨੇ ਇਹ ਕਿਤਾਬ ਸ਼ਾਇਦ ਤੁਹਾਨੂੰ $10 ਦੀ ਵੇਚਣਗੇ। ਜੇ ਤੁਸੀਂ ਇਸੇ ਕੀਮਤ 'ਤੇ ਲੈਣੀ ਹੈ, ਮੇਰਾ ਖਿਆਲ ਖਾਲਸਾ ਲਾਇਬ੍ਰੇਰੀ 'ਚ ਕੁਝ ਕਿਤਾਬਾਂ ਮੈਂ ਰੱਖੀਆਂ ਅੱਛਾ ਜੀ, ਤੇ ਉੱਥੋਂ ਮਿਲ ਸਕਦੀਆਂ। ਬਾਕੀ ਤਾਂ ਚੇਤਨਾ ਪ੍ਰਕਾਸ਼ਨ ਵਾਲੇ ਇੱਥੇ ਵੀ ਰੱਖੀ ਇਹਨਾਂ ਕੋਲ ਹੈਗੀਆਂ। ਮਾਸ ਖਾਣ ਜਾਂ ਨਾ ਖਾਣ ਬਾਰੇ ਮਨੌਤਾਂ ਤੇ ਵਹਿਮ, ਡਾਕਟਰ ਪੂਰਨ ਸਿੰਘ ਇਸ ਪੁਸਤਕ ਦਾ ਨਾਂ ਹੈ। ਮੈਂ ਸਾਰੇ ਕਾਲਰਸ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਡਿਸਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ, ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ, ਤੁਹਾਨੂੰ ਮੌਕਾ ਦਿੱਤਾ। ਥੈਂਕ ਯੂ। Red FM